पहला इतिहास उसका 12वां भाव। तो आओ असी इस दे पहलियां 18 आयत जिसनों मिल जाए। बिन्यामीन 12 चैप्टर पढ़ना पास्टर जी। हाँ 12वां भाग उस 18 आयत। ਬਿਨਯਾਮੀਨ ਕਬੀਲੇ ਦੇ ਆਦਮੀ ਸਭ ਤੋਂ ਪਹਿਲਾਂ ਦਾਊਦ ਦੇ ਪਿੱਛੇ ਚੱਲੇ। ਜਦੋਂ ਦਾਊਦ ਸੀਕਲਗ ਵਿੱਚ ਸਾਊਲ ਤੋਂ ਬਚਣ ਲਈ ਲੁਕਿਆ ਹੋਇਆ ਸੀ ਤਾਂ ਉਸ ਕੋਲ ਬਹੁਤ ਸਾਰੇ ਸੂਰਮੇ ਆਦਮੀ ਆਏ ਜਿਨ੍ਹਾਂ ਨੇ ਪਿੱਛੋਂ ਉਸ ਦੀ ਮਦਦ ਲੜਾਈ ਵਿੱਚ ਕੀਤੀ। ਇਹ ਆਦਮੀ ਬਿਨਯਾਮੀਨ ਕਬੀਲੇ ਦੇ ਸਨ ਜਿਸ ਨਾਲ ਸਾਊਲ ਦਾ ਵੀ ਸੰਬੰਧ ਸੀ। ਉਹ ਚੰਗੇ ਤੀਰਅੰਦਾਜ਼ ਸਨ, ਸੱਜੇ ਖੱਬੇ ਤੀਰ ਜਾਂ ਪੱਥਰ ਮਾਰ ਸਕਦੇ ਸਨ। ਉਹਨਾਂ ਦਾ ਆਗੂ ਗਿਬਿਆਤ ਨਿਵਾਸੀ ਸ਼ਮਿਆ ਦੇ ਪੁੱਤਰ ਅਹੀ ਅਜ਼ਰ ਤੇ ਜੁਆ ਸਨ। ਇਹਨਾਂ ਆਦਮੀਆਂ ਦੇ ਨਾਂ ਇਹ ਹਨ ਜਜੀਏਲ ਤੇ ਫਲਟ ਅਜਮਾਵਸ ਦੇ ਪੁੱਤਰ ਸਨ। ਸਹਾਕਾ ਤੇ ਜੇਹੂ ਜੋ ਅਨਥੋਤ ਨਿਵਾਸੀ ਸਨ। ਯਸ਼ਮਿਆ ਗਬਿਓਨ ਨਿਵਾਸੀ ਜੋ 30% ਸੂਰਮਿਆਂ ਵਿੱਚੋਂ ਇੱਕ ਸੀ। ਜਰਮਿਆ ਜਹੀਜੇਲ ਯੋਹਨਾਨ ਤੇ ਜੋਜਬਾਦ ਜੋ ਗਦੇ ਰਾਤ ਨਿਵਾਸੀ ਸਨ। ਅਲਉਜ਼ੀ ਜਰੀਮੋਤ ਬਲਜਿਆ ਸ਼ਮਰਿਆ ਸ਼ਪਟਿਆ ਜੋ ਹਰਫ ਨਿਵਾਸੀ ਸਨ। ਅਲਾਕਾਨਾ ਜਸੀਆ ਅਜਰਾਇਲ ਜੁਅਜਰ ਅਤੇ ਜਸ਼ਾਬਿਆਮ ਜੋ ਕੋਰਾ ਦੀ ਕੁਲ ਵਿੱਚੋਂ ਸਨ। ਜੋਏਲਾ ਤੇ ਜਬਦਿਆ ਜੋ ਗਦੂਰ ਨਿਵਾਸੀ ਜਰੋਹਾਮ ਦੇ ਪੁੱਤਰ ਸਨ। ਗਾਦ ਕਬੀਲੇ ਦੇ ਆਦਮੀ ਜੋ ਦਾਊਦ ਦੇ ਪਿੱਛੇ ਚੱਲੇ ਸਨ। ਗਾਦ ਕਬੀਲੇ ਦੇ ਇਹ ਆਦਮੀ ਦਾਊਦ ਦੇ ਪਿੱਛੇ ਉਸ ਸਮੇਂ ਚੱਲੇ ਜਦੋਂ ਉਹ ਉਜਾੜ ਵਿਚਲੇ ਕਿਲੇ ਵਿੱਚ ਰਹਿ ਰਿਹਾ ਸੀ। ਇਹ ਸਭ ਚੰਗੇ ਸੂਰਮੇ, ਢਾਲ ਤੇ ਨੇਜਾ ਚਲਾਉਣ ਵਿੱਚ ਮਾਹਰ, ਬੱਬਰ ਸ਼ੇਰ ਵਾਂਗ ਭਿਅੰਕਰ ਅਤੇ ਪਹਾੜੀ ਹਰਨ ਵਾਂਗ ਤੇਜ਼ ਦੌੜਨ ਵਾਲੇ ਸਨ। ਇਹਨਾਂ ਦੇ ਪਦਾਂ ਅਨੁਸਾਰ ਤਰਤੀਬਵਾਰ ਇਹਨਾਂ ਦੇ ਨਾਂ ਸਨ ਏਜਰ, ਉਬਦਿਆ, ਅਲਜਾਬ, ਮਿਸ਼ਨਾਨ, ਜਰਜਿਆ, ਅਤਈ, ਅਲੀਏਲ, ਯੋਹਨਾਨ, ਅਲਜਾਵਾਦ, ਜਰਮਿਆ ਤੇ ਮਕਬਨਈ। ਗਾਦ ਕਬੀਲੇ ਦੇ ਇਹਨਾਂ ਆਦਮੀਆਂ ਵਿੱਚੋਂ ਸਭ ਤੋਂ ਉੱਚੇ ਪਦ ਵਾਲਾ ਇੱਕ ਹਜ਼ਾਰੀ ਅਤੇ ਸਭ ਤੋਂ ਛੋਟਾ 100 ਆਦਮੀਆਂ ਦਾ ਆਗੂ ਸੀ। ਇਹ ਉਹ ਆਦਮੀ ਸਨ ਜਿਨ੍ਹਾਂ ਨੇ ਪਹਿਲੇ ਸਾਲ ਦੇ ਪਹਿਲੇ ਮਹੀਨੇ ਵਿੱਚ ਉਸ ਵੇਲੇ ਜਰਦਨ ਦਰਿਆ ਪਾਰ ਕੀਤਾ ਜਦੋਂ ਉਹ ਕੰਢਿਆਂ ਤੱਕ ਚੜਿਆ ਹੋਇਆ ਸੀ ਤੇ ਉਹਨਾਂ ਨੇ ਦਰਿਆ ਦੇ ਦੋਵੇਂ ਪਾਸੇ ਅਰਥਾਤ ਤੇ ਪੂਰਬ ਤੇ ਪੱਛਮੀ ਪਾਸੇ ਦੀ ਵਾਦੀ ਦੇ ਸਭ ਲੋਕਾਂ ਨੂੰ ਤਿੱਤਰ ਬਿੱਤਰ ਕਰ ਦਿੱਤਾ ਸੀ। ਬਿਨਯਾਮੀਨ ਤੇ ਯਹੂਦਾ ਕਬੀਲਿਆਂ ਦੇ ਲੋਕ ਜੋ ਦਾਊਦ ਦੇ ਪਿੱਛੇ ਚੱਲੇ। ਇੱਕ ਵਾਰ ਬਿਨਯਾਮੀਨ ਅਤੇ ਯਹੂਦਾ ਕਬੀਲਿਆਂ ਦੇ ਕੁਝ ਆਦਮੀਆਂ ਦਾ ਦਲ ਦਾਊਦ ਕੋਲ ਗਿਆ ਜਦੋਂ ਉਹ ਇੱਕ ਕਿਲੇ ਵਿੱਚ ਠਹਿਰਿਆ ਹੋਇਆ ਸੀ। ਤਦ ਦਾਊਦ ਉਹਨਾਂ ਨੂੰ ਮਿਲਣ ਗਿਆ ਤੇ ਬੋਲਿਆ, ਜੇਕਰ ਤੁਸੀਂ ਮਿੱਤਰਤਾ ਨਾਲ ਮੇਰੇ ਕੋਲ ਆਏ ਹੋ ਤਾਂ ਤੁਸੀਂ ਮੇਰੇ ਨਾਲ ਰਹਿ ਸਕਦੇ ਹੋ, ਪਰ ਜੇਕਰ ਤੁਹਾਡੇ ਮਨ ਵਿੱਚ ਧੋਖਾ ਹੈ ਅਤੇ ਤੁਸੀਂ ਮੇਰੇ ਵੈਰੀਆਂ ਸਾਹਮਣੇ ਮੇਰੇ ਨਾਲ ਵਿਸ਼ਵਾਸਘਾਤ ਕਰੋਗੇ, ਬੇਸ਼ੱਕ ਮੈਂ ਤੁਹਾਨੂੰ ਕੁਝ ਵੀ ਨਾ ਕਿਹਾ, ਪਰ ਸਾਡੇ ਪੁਰਖਿਆਂ ਦਾ ਪਰਮੇਸ਼ਰ ਤੁਹਾਨੂੰ ਜਾਣੇਗਾ ਤੇ ਸਜ਼ਾ ਦੇਵੇਗਾ। ਉਸ ਸਮੇਂ ਅਮਸਈ ਉੱਤੇ ਜੋ ਪਿੱਛੋਂ 30% ਸੂਰਮਿਆਂ ਦਾ ਆਗੂ ਬਣਿਆ ਪਰਮੇਸ਼ਰ ਦਾ ਆਤਮਾ ਉੱਤਰ ਆਇਆ ਅਤੇ ਬੋਲਿਆ, ਦਾਊਦ ਜੱਸੀ ਦਾ ਪੁੱਤਰ, ਅਸੀਂ ਤੇਰੇ ਹਾਂ, ਤੂੰ ਸਲਾਮਤ ਰਹੀ ਤੇ ਤੇਰੇ ਮਦਦਗਾਰ ਦੀ ਪਰਮੇਸ਼ਰ ਤੇਰੇ ਸੰਗ ਹੈ। ਸੋ ਦਾਊਦ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਆਪਣੀ ਸੈਨਾ ਵਿੱਚ ਉੱਚਾ ਪਦ ਦਿੱਤਾ। ਆਮੀਨ। ਇੱਥੇ ਦੋ ਚੀਜ਼ਾਂ ਦੇਖਣ ਵਾਲੀਆਂ, ਇੱਕ ਤਾਂ ਬਿਨਯਾਮੀਨ ਦੇ ਕਬੀਲੇ ਦੇ ਜਿਹੜੇ ਲੋਕ ਆ ਉਹ ਦਾਊਦ ਦੇ ਨਾਲ ਆ ਰਹੇ, ਔਰ ਇਹ ਅਸੀਂ ਦੇਖਦੇ ਪਏ ਹਾਂ ਕਿ ਹਰ ਕਬੀਲੇ ਦੇ ਵਿੱਚ ਇੱਕ ਖਾਸੀਅਤ ਆ। ਔਰ ਜਿਸ ਵੇਲੇ ਅਸੀਂ ਬਿਨਯਾਮੀਨ ਦੇ ਕਬੀਲੇ ਦੇ ਲੋਕਾਂ ਨੂੰ ਦੇਖਦੇ ਹਾਂ ਤੇ ਉਹ ਮਾਹਰ ਤੀਰ ਅੰਦਾਜ਼ ਆ ਔਰ ਸੱਜੇ ਔਰ ਖੱਬੇ ਹੱਥ ਦੇ ਨਾਲ ਉਹ ਤੀਰ ਚਲਾ ਸਕਦੇ ਆ। ਯਾਨੀ ਕਿ ਚਾਹੇ ਵੈਰੀ ਉਹਨਾਂ ਦੇ ਸੱਜੇ ਪਾਸੇ ਹੋਵੇ ਚਾਹੇ ਵੈਰੀ ਉਹਨਾਂ ਦੇ ਖੱਬੇ ਪਾਸੇ ਹੋਵੇ, ਉਹ ਦੋਨਾਂ ਹੱਥਾਂ ਦੇ ਨਾਲ ਕਿਸੇ ਵੀ ਹੱਥ ਦੇ ਨਾਲ ਉਹ ਨਿਸ਼ਾਨਾ ਸਾਧ ਸਕਦੇ ਆ। ਸੋ that is very important. That's very important. Actually ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ, ਗਿੰਗਸ ਖਾਨ ਦੇ ਬਾਰੇ ਪੜ੍ਹਦੇ ਹਾਂ, ਔਰ ਗਿੰਗਸ ਖਾਨ ਦੀ ਜੋ ਮੰਗੋਲੀਆ ਦੇ ਵਿੱਚ ਹੋਇਆ ਸੀ, ਉਹਦੀ ਆਰਮੀ ਦੀ ਜਿੱਤ ਦਾ ਕਾਰਨ ਹੀ ਇਹ ਸੀ ਕਿ ਉਹਨਾਂ ਦੇ ਕੋਲ ਜਿਹੜੇ ਤੀਰ ਅੰਦਾਜ਼ ਸੀ ਉਹ ਦੋਨੇ ਹੱਥਾਂ ਦੇ ਨਾਲ ਤੀਰ
ਚਲਾ ਸਕਦੇ ਸੀ, ਉਹ ਘੋੜੇ ਦੌੜਦੇ ਜਾਂਦੇ ਘੋੜੇ ਤੋਂ ਨਿਸ਼ਾਨਾ ਲਾ ਸਕਦੇ ਸੀ। ਔਰ ਇਸ ਕਰਕੇ ਜਿੰਜਿਸ ਖਾਨ ਜਿਹੜਾ ਸੀਗਾ ਉਹ ਬੇਸਿਕਲੀ ਉਸਨੇ ਇਧਰੋਂ ਹਿੰਦੁਸਤਾਨ ਤੇ ਉਧਰਲੇ ਪਾਸਿਓਂ ਉਸਨੇ ਬੇਸਿਕਲੀ ਇਜਿਪਟ ਤੱਕ ਉਸਨੇ ਆਪਣਾ ਰਾਜ ਕਾਇਮ ਕੀਤਾ ਸੀ। ਔਰ ਇਹੋ ਹੀ ਚੀਜ਼ ਅਸੀਂ ਬਹੁਤ ਸਾਰੇ ਜਿਹੜੇ ਹੈਗੇ ਅਫਰੀਕਾ ਦੇ ਕਬੀਲੇ ਉਹਨਾਂ ਦੇ ਵਿੱਚ ਵੀ ਦੇਖ ਸਕਦੇ ਹਾਂ। ਸੋ ਇਹ ਯੁੱਧ ਦੀ ਜਿਹੜੀ ਕਲਾ ਆ ਇਹ ਉਹ ਇਜਿਪਟ ਤੋਂ ਸਿੱਖ ਕੇ ਆਏ ਆ। ਔਰ ਗਾਂ ਬਜ਼ੁਰਗਾਂ ਨੇ ਉਹਨਾਂ ਦੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਗਾਂ ਉਹਨਾਂ ਦੇ ਬਜ਼ੁਰਗਾਂ ਨੇ ਉਹਨਾਂ ਨੂੰ ਇਹ ਚੀਜ਼ਾਂ ਸਿਖਾਈਆਂ। ਔਰ ਅਸੀਂ ਦੇਖਦੇ ਪਏ ਹਾਂ ਕਿ ਗਾਦ ਦੇ ਕਬੀਲੇ ਦੇ ਲੋਕ ਜਿਹੜੇ ਨੇਜੇ ਦੇ ਨਾਲ ਲੜਦੇ ਆ। ਬੇਸਿਕਲੀ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਸਾਈਡਾਂ ਤੋਂ ਜਿਹੜਾ ਹਮਲਾ ਹੁੰਦਾ ਸੀਗਾ ਉਹ ਕਰਦੇ। ਸੋ ਅਸੀਂ ਦਾਊਦ ਦੇ ਨਾਲ ਇੱਕ ਸੈਨਾ ਇਕੱਠੀ ਹੁੰਦੀ ਦੇਖਦੇ ਪਏ, ਇੱਕ ਸੈਨਾ ਉਸ ਦੇ ਆਲੇ ਦੁਆਲੇ ਇਕੱਠੀ ਹੋ ਰਹੀ ਹੈ। ਪਰ ਦਾਊਦ ਦੀ ਜਿਹੜੀ ਅਗਲੀ ਚੀਜ਼ ਆਉਂਦੀ ਹੈਗੀ ਆ ਕਿ ਜਿਸਲੇ ਯਹੂਦਾ ਤੇ ਬਿਨਯਾਮੀਨ ਦੇ ਸਰਦਾਰ ਰਲ ਕੇ ਆਏ ਆ, ਜਿਹੜੀ ਖਾਸ ਚੀਜ਼ ਦਾਊਦ ਨੇ ਉੱਥੇ ਕਹੀ ਆ ਉਹ ਇਹ ਆ ਕਿ ਉਹਨਾਂ ਨੂੰ ਕਿਹਾ ਕਿ ਅਗਰ ਤਾਂ ਤੁਸੀਂ ਚੰਗੀ ਨੀਅਤ ਦੇ ਨਾਲ ਆਏ ਤਾਂ ਠੀਕ, ਪਰ ਅਗਰ ਤੁਸੀਂ ਬੁਰੀ ਨੀਅਤ ਦੇ ਨਾਲ ਵੀ ਆਏ ਮੈਂ ਤਾਂ ਵੀ ਮੈਂ ਤੁਹਾਨੂੰ ਕੁਛ ਨਹੀਂ ਕਹੂੰਗਾ, ਤਾਂ ਪਰਮੇਸ਼ਵਰ ਤੁਹਾਨੂੰ ਆਪ ਦੇਖੇਗਾ। ਔਰ ਜਿਸਲੇ ਦਾਊਦ ਨੇ ਇਹ ਚੀਜ਼ ਕਹੀ ਆ ਤਾਂ ਉਸੇ ਵੇਲੇ ਅਸੀਂ ਦੇਖਦੇ ਹਾਂ ਕਿ ਪ੍ਰਭੂ ਦਾ ਆਤਮਾ ਉਸ ਵੇਲੇ ਉੱਤਰ ਆਇਆ ਔਰ ਉਸਨੇ ਪ੍ਰਭੂ ਦੇ ਆਤਮਾ ਨੇ ਇਹ ਸ਼ਾਤੀ ਦਿੱਤੀ ਆ ਕਿ ਨਹੀਂ, ਇਹ ਲੋਕ ਜਿਹੜੇ ਤੇਰੇ ਕੋਲ ਆਏ ਆ ਇਹਨਾਂ ਨੂੰ ਮੈਂ ਲੈ ਕੇ ਆਇਆ। ਸੋ ਯਿਸੂ ਦੇ ਪੁੱਤਰ ਅਸੀਂ ਤੇਰੇ ਆ, ਤੂੰ ਸਲਾਮਤ ਰਹੇ ਅਤੇ ਤੇਰੇ ਮਦਦਗਾਰ ਵੀ ਪਰਮੇਸ਼ਵਰ ਤੇਰੇ ਸੰਗ ਹੈ, ਪ੍ਰਭੂ ਦੀ ਹਜ਼ੂਰੀ ਤੇਰੇ ਨਾਲ। And that is the main thing. ਉਸਨੇ ਰਾਜਿਆਂ ਦੇ ਵਾਂਗ ਗੱਲ ਨਹੀਂ ਕੀਤੀ, ਉਸਨੇ ਇੱਕ ਸੇਵਾਦਾਰ ਦੀ ਤਰ੍ਹਾਂ ਗੱਲ ਕੀਤੀ ਹੈ। ਔਰ ਪ੍ਰਭੂ ਨੇ ਉਸਨੂੰ ਹੋਰ ਉੱਚਾ ਕੀਤਾ। ਉਸਨੇ ਜਿੰਨਾ ਆਪਣੇ ਆਪ ਨੂੰ ਨਮਰ ਕੀਤਾ, ਪ੍ਰਭੂ ਨੇ ਉਸਨੂੰ ਓਨਾ ਹੀ ਉੱਚਾ ਕੀਤਾ। ਇੱਥੇ ਅਸੀਂ ਇਹ ਦੇਖਦੇ ਪਏ, ਇਹ ਸਿੱਖਦੇ ਪਏ ਹਾਂ ਪ੍ਰਭੂ ਦੇ ਵਚਨ ਦੇ ਵਿੱਚੋਂ। ਮਨੱਸੇ ਦੇ ਕਬੀਲੇ ਦੇ ਲੋਕ ਹੁਣ ਉਸਦੇ ਕੋਲ ਆਏ। ਸੋ ਆਓ ਅਸੀਂ 22 ਆਇਤ ਤੱਕ ਦੇਖੀਏ। ਮਨੱਸੇ ਕਬੀਲੇ ਦੇ ਜੋ ਆਦਮੀ ਦਾਊਦ ਦੇ ਪਿੱਛੇ ਚੱਲੇ। ਜਦੋਂ ਦਾਊਦ ਫਿਲਿਸਤੀ ਸੈਨਾ ਨਾਲ ਸਾਊਲ ਦੇ ਵਿਰੁੱਧ ਲੜਨ ਜਾ ਰਿਹਾ ਸੀ ਤਾਂ ਮਨੱਸੇ ਕਬੀਲੇ ਦੇ ਕੁਝ ਆਦਮੀ ਉਸ ਨਾਲ ਆ ਕੇ ਮਿਲ ਗਏ ਸਨ। ਅਸਲ ਵਿੱਚ ਦਾਊਦ ਨੇ ਫਿਲਿਸਤੀਆਂ ਦੀ ਮਦਦ ਨਹੀਂ ਕੀਤੀ ਸੀ, ਕਿਉਂਕਿ ਫਿਲਿਸਤੀ ਸਰਦਾਰਾਂ ਨੇ ਆਪੋ ਵਿੱਚ ਸਲਾਹ ਕਰਕੇ ਇਸ ਨਤੀਜੇ ਤੇ ਪਹੁੰਚੇ ਸਨ ਕਿ ਦਾਊਦ ਅੰਤਮ ਘੜੀ ਉੱਤੇ ਲੜਾਈ ਵਿੱਚ ਸਾਨੂੰ ਛੱਡ ਕੇ ਆਪਣੇ ਪੁਰਾਣੇ ਮਾਲਕ ਸਾਊਲ ਨਾਲ ਮਿਲ ਸਕਦਾ ਹੈ। ਸੋ ਜਦੋਂ ਦਾਊਦ ਵਾਪਸ ਸਿਕਲਗ ਜਾ ਰਿਹਾ ਸੀ ਤਾਂ ਮਨੱਸੇ ਕਬੀਲੇ ਦੇ ਇਹ ਲੋਕ ਆ ਕੇ ਉਸ ਨਾਲ ਮਿਲ ਗਏ। ਅਦਨਾ, ਜੋਜਾਬਾਦ, ਜਦੀਏਲ, ਮਿਕਾਏਲ, ਜੋਜਾਬਾਦ, ਅਲੀਹੂ ਅਤੇ ਸਿਲਥਈ, ਇਹ ਸਭ ਆਦਮੀ ਮਨੱਸੇ ਕਬੀਲੇ ਵਿੱਚ ਹਜ਼ਾਰ ਆਦਮੀਆਂ ਦੇ ਆਗੂ ਸਨ। ਉਹਨਾਂ ਨੇ ਦਾਊਦ ਦੀ ਮਦਦ ਛਾਪਾ ਮਾਰਾਂ ਦੇ ਵਿਰੁੱਧ ਕੀਤੀ ਸੀ, ਕਿਉਂਕਿ ਇਹ ਸਭ ਚੰਗੇ ਲੜਾਕੂ ਸਨ ਅਤੇ ਸੈਨਾ ਵਿੱਚ ਅਫਸਰ ਸਨ। ਹਰ ਦਿਨ ਦਾਊਦ ਦੀ ਸੈਨਾ ਵਿੱਚ ਲੋਕ ਆ ਕੇ ਮਿਲਦੇ ਰਹੇ। ਅੰਤ ਉਸ ਦੀ ਗਿਣਤੀ ਅਣਗਿਣਤ ਹੋ ਗਈ। ਉਹ ਪਰਮੇਸ਼ਰ ਦੀ ਸੈਨਾ ਵਾਂਗ ਇੱਕ ਵੱਡੀ ਸੈਨਾ ਸੀ, ਇੱਕ ਵੱਡੀ ਸੈਨਾ ਬਣ ਗਈ। ਸੋ ਹੁਣ ਅਸੀਂ ਇੱਥੇ ਇਹ ਚੀਜ਼ ਦੇਖਦੇ ਪਏ ਹਾਂ ਕਿ ਸਾਊਲ ਦੇ ਕੋਲੋਂ ਜਿਹੜੇ ਬਹੁਤ ਸਾਰੇ ਲੋਕ ਜਿਹੜੇ ਸਾਊਲ ਦੇ ਪਿੱਛੇ ਚੱਲਦੇ ਸੀ, ਜਿਹੜੇ ਸਾਊਲ ਦੇ ਸਰਦਾਰ ਸੀ, ਜਿਹੜਿਆਂ ਨੂੰ ਟ੍ਰੇਨਿੰਗ ਸਾਊਲ ਨੇ ਦਿੱਤੀ ਸੀ, ਉਹ ਸਾਰੇ ਲੋਕ ਹੁਣ ਦਾਊਦ ਦੇ ਕੋਲ ਆਉਣੇ ਸ਼ੁਰੂ ਹੋ ਗਏ। ਔਰ ਹੌਲੀ ਹੌਲੀ ਯਾਨੀ ਕਿ 1000 ਦੇ ਉੱਤੇ ਜਿਹੜਾ ਆ ਬੇਸਿਕਲੀ ਇੱਕ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਮੇਜਰ ਦੇ ਬਰਾਬਰ ਆ। ਸੋ ਜਿਹੜੇ ਉਸਦੇ ਜਨਰਲ ਆ, ਕਰਨਲ ਆ, ਜਿੰਨੇ ਵੀ ਉਹਦੇ ਹਾਈ ਪੋਜੀਸ਼ਨ ਦੇ ਬੰਦੇ ਆ, ਉਹਨਾਂ ਦੇ ਨਾਲ 1000 2000 ਏਦਾਂ ਕਿਹਾ ਜਾਂਦਾ ਹੁੰਦਾ ਸੀ, ਉਹ ਸਾਰੇ ਆ ਕੇ ਦਾਊਦ ਦੇ ਨਾਲ ਇਕੱਠੇ ਹੋਣੇ ਸ਼ੁਰੂ ਹੋ ਗਏ। ਔਰ ਦਾਊਦ ਦੀ ਜਿਹੜੀ ਸੈਨਾ ਸੀਗੀ ਉਹ ਬਣਨੀ ਸ਼ੁਰੂ ਹੋ ਗਈ। ਹੁਣ ਇੱਥੇ ਜਿਹੜੀ ਆਉਂਦੀ ਹੈਗੀ ਆ 19ਵੀਂ ਆਇਤ ਆਉਂਦੀ, ਉਹ ਤੇ ਕਹਿੰਦੇ ਕਿ ਅਸਲ ਦੇ ਵਿੱਚ ਉੱਥੇ ਲਿਖਿਆ ਕਿ ਕੁਝ ਆਦਮੀ ਉਸਦੇ ਨਾਲ ਆ ਕੇ ਮਿਲ ਗਏ ਸਨ
ਅਸਲ ਦੇ ਵਿੱਚ ਦਾਊਦ ਨੇ ਫਿਲਸਤੀਆਂ ਦੀ ਮਦਦ ਨਹੀਂ ਕੀਤੀ ਸੀ, ਕਿਉਂਕਿ ਫਿਲਸਤੀ ਸਰਦਾਰਾਂ ਨੇ ਆਪੋ ਵਿੱਚ ਸਲਾਹ ਕਰਕੇ ਇਸ ਨਤੀਜੇ ਤੇ ਪਹੁੰਚ ਗਏ ਸਨ ਕਿ ਦਾਊਦ ਅੰਤਮ ਘੜੀ ਕਿਤੇ ਸਾਨੂੰ ਧੋਖਾ ਨਾ ਦੇ ਔਰ ਸਾਊਲ ਦੇ ਨਾਲ ਨਾ ਰਲ ਜਾਏ। ਇਹ ਆਖਰੀ ਲੜਾਈ ਸੀ ਜਿਹੜੀ ਸਾਊਲ ਦੇ ਨਾਲ ਹੋਈ ਸੀ, ਆਖਰੀ ਲੜਾਈ ਹੋਈ ਸੀ। ਸੋ ਉਸ ਵੇਲੇ ਕੀ ਹੋਇਆ ਸੀ, ਇਹ ਬੇਸਿਕਲੀ ਪਹਿਲਾ ਸੈਮੂਅਲ ਉਸਦਾ 29ਵਾਂ ਭਾਵ, ਅਗਰ ਤੁਸੀਂ ਦੇਖੋਗੇ ਪਹਿਲਾ ਸੈਮੂਅਲ ਉਸਦਾ 29ਵਾਂ ਭਾਵ, ਉੱਥੇ ਰਾਜਾ ਆਕੀਸ਼ ਨੇ ਜਿਸ ਦੇ ਕੋਲ ਦਾਊਦ ਗਿਆ ਸੀ, ਦੌੜ ਕੇ ਗਿਆ ਸੀ, ਔਰ ਜਿਸ ਦੇ ਕੋਲ ਜਾ ਕੇ ਉਸਨੂੰ ਉਹਨਾਂ ਨੇ ਕਿਹਾ ਸੀ ਇਹ ਤਾਂ ਉਹੋ ਹੀ ਦਾਊਦ ਆ ਜਿਹਦੇ ਲਈ ਯਹੂਦਾ ਦੀਆਂ ਔਰਤਾਂ ਨੇ ਗਾਇਆ, ਇਜ਼ਰਾਈਲੀ ਔਰਤਾਂ ਨੇ ਗਾਇਆ ਕਿ ਸਾਊਲ ਨੇ ਤਾਂ 1000 ਮਾਰੇ ਤੇ ਇਹਨੇ ਦਾਊਦ ਨੇ 10,000 ਤੇ ਭਾਰੂ ਪਿਆ, ਇਹ ਤਾਂ ਉਹੋ ਹੀ ਆ। ਉੱਥੇ ਉਸਨੂੰ ਪਾਗਲਾਂ ਵਾਂਗੂ ਉਹਨੇ ਐਕਟਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ, ਮੂੰਹ ਚ ਲਾਰਾਂ ਡਿੱਗਣੀਆਂ ਲੱਗ ਪਈਆਂ ਸੀ। ਤੇ ਉਸਨੇ ਰਾਜਾ ਆਕੀਸ਼ ਨੇ ਕਿਹਾ ਸੀ ਵੀ ਅੱਗੇ ਇੱਥੇ ਪਾਗਲਾਂ ਦਾ ਘਾਟ ਆ, ਤੁਸੀਂ ਇੱਕ ਹੋਰ ਫੜ ਕੇ ਮੇਰੇ ਕੋਲ ਲਿਆਏ। ਲੇਕਿਨ ਬਾਅਦ ਦੇ ਵਿੱਚ ਦਾਊਦ ਨੇ ਉਸਨੂੰ ਦੱਸ ਦਿੱਤਾ ਸੀ ਕਿ ਮੈਂ ਦਾਊਦ ਔਰ ਮੈਂ ਰਾਜਾ ਸਾਊਲ ਤੋਂ ਦੌੜ ਆਇਆ। ਸੋ ਰਾਜਾ ਆਕੀਸ਼ ਨੇ ਉਸਨੂੰ ਆਪਣਾ ਅੰਗ ਰੱਖਿਅਕ ਰੱਖ ਲਿਆ ਸੀ, ਉਸਦਾ ਅੰਗ ਰੱਖਿਅਕ ਬਣ ਕੇ ਦਾਊਦ ਰਿਹਾ ਸੀ। ਔਰ ਦਾਊਦ ਉਸਦੀ ਜਿਹੜੀ ਸੈਨਾ ਸੀਗੀ, ਦਾਊਦ ਦੀ ਜਿਹੜੀ ਸੈਨਾ ਸੀ, ਖਾਸ ਕਰਕੇ ਜਿਸ ਵੇਲੇ ਉਹ ਨਾਨ ਇਜ਼ਰਾਈਲੀ ਕੌਨਫਲਿਕਟ ਦੇ ਵਿੱਚ ਜਾਂਦਾ ਸੀ, ਮੰਨ ਲਓ ਕਿ ਮੁਆਬੀਆਂ ਦੇ ਨਾਲ ਲੜਨ ਜਾ ਰਹੇ ਆ, ਉਹ ਅਮਲੇਕੀਆਂ ਦੇ ਨਾਲ ਲੜਨ ਜਾ ਰਹੇ ਆ, ਤਾਂ ਦਾਊਦ ਉਸਦੀ ਹੈਲਪ ਕਰਦਾ ਸੀ ਪੂਰੀ। ਪਰ ਪ੍ਰਭੂ ਨੇ ਦਾਊਦ ਦੀ ਇੱਕ ਮਦਦ ਕਰ ਦਿੱਤੀ ਸੀ ਕਿ ਜਿਸ ਵੇਲੇ ਆਖਰੀ ਹੱਲਾ ਹੋਣਾ ਸੀ ਤੇ ਪ੍ਰਭੂ ਨੇ ਦਾਊਦ ਨੂੰ ਇੱਕ ਬਹੁਤ ਵੱਡੀ ਜ਼ਹਿਮਤ ਤੋਂ ਬਚਾ ਲਿਆ ਸੀ, ਕਿਉਂਕਿ ਨਹੀਂ ਤਾਂ ਸਦਾ ਦਾਊਦ ਦੇ ਉੱਤੇ ਕਲੰਕ ਲੱਗਣਾ ਸੀਗਾ ਕਿ ਉਸਨੇ ਫਿਲਸਤੀਆਂ ਦੇ ਨਾਲ ਰਲ ਕੇ ਸਾਊਲ ਨੂੰ ਮਾਰਿਆ। ਤਾਂ ਜਿਹੜੇ ਫਿਲਸਤੀਆਂ ਦੇ ਬਾਕੀ ਦੇ ਰਾਜੇ ਸੀਗੇ, ਜਿਹੜੇ ਸਾਊਲ ਦੇ ਉੱਤੇ ਹਮਲਾ ਕਰਨ ਆਏ ਸੀਗੇ, ਉਹਨਾਂ ਨੇ ਬਾਕੀਆਂ ਨੇ ਕਿਹਾ, ਆਕੀਸ਼ ਉਸ ਨੂੰ ਲੈ ਕੇ ਚੱਲਿਆ ਸੀਗਾ, ਪਰ ਉਹਨਾਂ ਨੇ ਕਿਹਾ ਨਹੀਂ, ਅਸੀਂ ਨਹੀਂ ਇਹਨੂੰ ਲੈ ਕੇ ਜਾਣਾ। ਜੇ ਇਹਦਾ ਮਨ ਬਦਲ ਗਿਆ ਅਖੀਰ ਦੇ ਵਿੱਚ, ਜੇ ਇਸਨੇ ਸਾਡੇ ਤੇ ਹਮਲਾ ਕਰ ਦਿੱਤਾ ਪਿੱਛੋਂ, ਫਿਰ ਅਸੀਂ ਕੀ ਕਰਾਂਗੇ? ਤਾਂ ਆਕੀਸ਼ ਨੇ ਫਿਰ ਉਸਨੂੰ ਵਾਪਸ ਕਰ ਦਿੱਤਾ ਸੀ ਕਿ ਤੂੰ ਵਾਪਸ ਫਿਲਸਤੀਨ ਨੂੰ ਚੱਲ ਜਾ, ਕਿਉਂਕਿ ਮੇਰੇ ਜਿਹੜੇ ਨਾਲ ਦੇ ਰਾਜੇ ਆ ਉਹ ਤੈਨੂੰ ਜੰਗ ਤੇ ਨਹੀਂ ਲੈ ਕੇ ਜਾਣਾ। ਸੋ ਪ੍ਰਭੂ ਨੇ ਉਸਨੂੰ ਮਹਾ ਕਲੰਕ ਤੋਂ ਬਚਾ ਲਿਆ ਸੀ, ਕਲੰਕਤ ਹੋਣ ਤੋਂ ਬਚ ਗਿਆ ਸੀ। ਔਰ ਪ੍ਰਭੂ ਦੀ ਇਹ ਵੱਡੀ ਰਹਿਮ ਸੀ। ਅਗਰ ਤੁਸੀਂ ਪੜ੍ਹਨਾ ਮੰਗਦੇ ਆ ਤੇ ਤੁਸੀਂ ਇਸ ਨੂੰ ਜਾ ਕੇ ਪਹਿਲਾ ਸੈਮੂਅਲ ਉਸਦਾ 29ਵਾਂ ਭਾਵ ਪੜ੍ਹ ਸਕਦੇ ਆ, ਉੱਥੇ ਤੁਹਾਨੂੰ ਇਹ ਸਭ ਕੁਝ ਮਿਲੇਗਾ। ਹੁਣ ਬੇਸਿਕਲੀ ਉਹ ਹੈਬਰੋਨ ਦੇ ਵਿੱਚ ਪਹੁੰਚ ਚੁੱਕਾ। ਹੈਬਰੋਨ ਦੇ ਵਿੱਚ ਦਾਊਦ ਨੇ ਆਲਮੋਸਟ 7 ਸਾਲ ਰਾਜ ਕੀਤਾ। ਸੋ ਹੁਣ ਉਸਨੂੰ ਰਾਜਾ ਥਾਪਿਆ ਜਾਣਾ, ਹੈਬਰੋਨ ਦੇ ਵਿੱਚ ਉਸਨੂੰ ਰਾਜਾ ਬਣਾਇਆ ਜਾਣਾ। ਸੋ ਆਓ ਅਸੀਂ ਇਸ ਨੂੰ ਦੇਖੀਏ। ਇਸ ਦੀ 23 ਆਇਤ ਤੋਂ ਲੈ ਕੇ ਜਾਂ 37 ਆਇਤ ਤੱਕ ਦੇਖੀਏ। ਦਾਊਦ ਦੀ ਸੈਨਾ ਦੀ ਗਿਣਤੀ। ਜਦੋਂ ਦਾਊਦ ਹਬਰੋਨ ਵਿੱਚ ਸੀ ਤਾਂ ਉਸ ਕੋਲ ਬਹੁਤ ਸਾਰੇ ਚੰਗੇ ਲੜਾਕੂ ਆਏ ਕਿ ਉਹ ਉਸਨੂੰ ਪ੍ਰਭੂ ਦੀ ਆਗਿਆ ਅਨੁਸਾਰ ਸਾਊਲ ਦੀ ਥਾਂ ਰਾਜਾ ਬਣਾਉਣ। ਯਹੂਦਾ ਦੇ ਕਬੀਲੇ ਵਿੱਚੋਂ 6800 ਆਦਮੀ ਜੋ ਢਾਲ ਤੇ ਨੇਜਾ ਚਲਾਉਣ ਵਿੱਚ ਨਿਪੁੰਨ ਸਨ। ਸ਼ਿਮਯੋਨ ਦੇ ਕਬੀਲੇ ਵਿੱਚੋਂ 7100 ਆਦਮੀ, ਇਹ ਸਾਰੇ ਲੜਨ ਵਿੱਚ ਨਿਪੁੰਨ ਸਨ। ਲੇਵੀ ਦੇ ਕਬੀਲੇ ਵਿੱਚੋਂ 4600 ਆਦਮੀ, ਯਹੂਦਾ ਜੋ ਹਰੂਨ ਦੇ ਵੰਸ਼ ਵਿੱਚੋਂ ਸੀ, ਉਸਦੇ ਪਿੱਛੇ ਚੱਲਣ ਵਾਲੇ 3700 ਆਦਮੀ ਸਨ। ਸਦੋਕ ਦੇ ਸੰਬੰਧੀ ਜੋ ਚੰਗੇ ਲੜਾਕੂ ਸਨ, ਉਹਨਾਂ ਦੀ ਗਿਣਤੀ 22 ਸੀ। ਬਿਨਯਾਮੀਨ ਦੇ ਕਬੀਲੇ ਵਿੱਚੋਂ ਸਾਊਲ ਦਾ ਆਪਣਾ ਕਬੀਲਾ 3000 ਆਦਮੀ। ਬਿਨਯਾਮੀਨ ਦੇ ਕਬੀਲੇ ਦੇ ਬਹੁਤ ਸਾਰੇ ਲੋਕ ਸਾਊਲ ਦੇ ਨਾਲ ਹੀ ਰਹੇ। ਇਫਰਾਈਮ ਦੇ ਕਬੀਲੇ ਵਿੱਚੋਂ 20800 ਜੋ ਸਭ ਪ੍ਰਸਿੱਧ ਸੂਰਮੇ ਸਨ ਅਤੇ ਆਪਣੀਆਂ ਕੁੱਲਾਂ ਦੇ ਆਗੂ ਸਨ। ਪੱਛਮੀ ਮਨੱਸੇ ਦੇ ਕਬੀਲੇ ਵਿੱਚੋਂ 18000 ਜੋ ਚੁਣ ਕੇ ਸੱਦੇ ਗਏ ਸਨ ਕਿ ਉਹ ਜਾ ਕੇ ਦਾਊਦ ਨੂੰ ਰਾਜਾ ਬਣਾਉਣ। ਜਿਸਾਕਾਰ ਦੇ ਕਬੀਲੇ ਦੇ ਵਿੱਚੋਂ 200 ਆਗੂ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਸਭ ਆਦਮੀ ਵੀ ਜੋ ਚੰਗੀ ਤਰ੍ਹਾਂ ਜਾਣਦੇ ਸਨ ਕਿ ਕਿਸ ਸਮੇਂ ਇਜ਼ਰਾਈਲ ਨੂੰ ਕੀ ਕਰਨਾ ਚਾਹੀਦਾ ਹੈ। ਜ਼ਬੂਲੂਨ ਦੇ ਕਬੀਲੇ ਵਿੱਚੋਂ 50000 ਜੋ ਸਭ ਲੜਨ ਵਿੱਚ ਨਿਪੁੰਨ ਅਤੇ ਸਭ ਤਰ੍ਹਾਂ ਦੇ ਹਥਿਆਰਾਂ ਤੋਂ ਜਾਣੂ ਸਨ। ਨਫਤਾਲੀ ਦੇ ਕਬੀਲੇ ਵਿੱਚੋਂ 1000 ਆਗੂ ਅਤੇ 37000 ਆਦਮੀ ਜਿਨ੍ਹਾਂ ਕੋਲ ਢਾਲਾਂ ਤੇ ਨੇਜੇ ਸਨ। ਦਾਨ ਦੇ ਕਬੀਲੇ ਵਿੱਚੋਂ 2800
28,649 ਆਦਮੀ। ਅਸ਼ੇਰ ਦੇ ਕਬੀਲੇ ਵਿੱਚੋਂ 40,000 ਜੋ ਹਰ ਸਮੇਂ ਲੜਨ ਲਈ ਤਿਆਰ ਰਹਿੰਦੇ ਸਨ। ਜਰਦਨ ਦੇ ਪੱਛਮੀ ਪਾਸੇ ਦੇ ਕਬੀਲਿਆਂ ਰਊਬੇਨ, ਗਾਦ ਅਤੇ ਪੱਛਮੀ ਮਨੁਸ਼ਯ ਦੇ ਕਬੀਲਿਆਂ ਦੇ ਵਿੱਚੋਂ 120,000 ਆਦਮੀ ਜੋ ਲੜਾਈ ਦਾ ਹਰ ਹਥਿਆਰ ਚਲਾਉਣ ਵਿੱਚ ਨਿਪੁੰਨ ਸਨ। ਸੋ ਇੱਥੇ ਤੇ ਪੜ੍ਹਨਾ ਬਸ ਨਹੀਂ ਪੜ੍ਹ ਦਿਓ ਭਾਵੇਂ ਐਂਡ ਤੇ ਪੜ੍ਹ ਦਿਓ। ਪੜ੍ਹਦੇ ਓਕੇ। ਸੋ ਇਹ ਸਭ ਲੜਾਕੂ ਹਬਰੋਨ ਦੀ ਥਾਂ ਤੇ ਦਾਊਦ ਕੋਲ ਗਏ ਸਨ ਅਤੇ ਇਹਨਾਂ ਸਭ ਦਾ ਇੱਕ ਹੀ ਇਰਾਦਾ ਸੀ ਕਿ ਦਾਊਦ ਨੂੰ ਸਾਰੇ ਇਜ਼ਰਾਈਲ ਦਾ ਰਾਜਾ ਬਣਾਉਣਾ ਤੇ ਇਜ਼ਰਾਈਲ ਦੇ ਬਾਕੀ ਦੇ ਲੋਕ ਵੀ ਉਹਨਾਂ ਦੇ ਇਸ ਇਰਾਦੇ ਨਾਲ ਇੱਕਮਤ ਸਨ। ਉਹ ਸਭ 3 ਦਿਨਾਂ ਤੱਕ ਦਾਊਦ ਨਾਲ ਰਹੇ ਸਨ ਤੇ ਉਹਨਾਂ ਨੇ ਦਾਊਦ ਨਾਲ ਉੱਥੇ ਚੰਗੀ ਤਰ੍ਹਾਂ ਨਾਲ ਖਾਧਾ ਪੀਤਾ। ਉਹਨਾਂ ਨੇ ਆਪਣੇ ਲੋਕਾਂ ਨੇ ਉਹ ਸਭ ਭੋਜਨ ਤਿਆਰ ਕੀਤਾ ਸੀ। ਸਭ ਲੋਕ ਇੱਥੋਂ ਤੱਕ ਦੂਰੋਂ ਅਰਥਾਤ ਜਿਸਾਕਾਰ, ਜਬਲੂਨ ਤੇ ਨਫਤਾਲੀ ਤੱਕ ਦੇ ਕਬੀਲਿਆਂ ਦੇ ਲੋਕ ਖੋਤੇ, ਊਠ, ਖੱਚਰਾਂ ਤੇ ਬਲਦ ਭੋਜਨ ਨਾਲ ਲੱਦ ਕੇ ਲਿਆਏ ਸਨ। ਉਹ ਰੋਟੀਆਂ, ਆਟਾ, ਅੰਜੀਰ, ਪਿੰਨੀਆਂ, ਕਿਸਮਿਸ, ਦਾਖਸਾਰ, ਤੇਲ, ਬਲਦ ਅਤੇ ਅਣਗਿਣਤ ਭੇਡਾਂ ਨਾਲ ਲੈ ਕੇ ਆਏ ਸਨ। ਇਹ ਸਭ ਇਜ਼ਰਾਈਲੀਆਂ ਦੁਆਰਾ ਦੇਸ਼ ਭਰ ਵਿੱਚ ਮਨਾਈ ਜਾ ਰਹੀ ਖੁਸ਼ੀ ਦਾ ਚਿੰਨ੍ਹ ਸੀ। ਸੋ ਹੁਣ ਅਸੀਂ ਦੇਖਦੇ ਪਏ ਹਾਂ ਕਿ ਹੈਬਰੋਨ ਦੇ ਵਿੱਚ ਉਹਨਾਂ ਨੇ ਆ ਕੇ ਦਾਊਦ ਨੂੰ ਆਪਣਾ ਰਾਜਾ ਬਣਾ ਲਿਆ। ਲੇਕਿਨ ਹਾਲੇ ਤੱਕ ਜਿਹੜੇ ਬਾਕੀ ਦੇ 7 ਸਾਲ ਆ ਦੂਸਰੇ ਪਾਸੇ ਹਾਲੇ ਸਾਊਲ ਦਾ ਜਿਹੜਾ ਕਬੀਲੇ ਦੇ ਵਿੱਚ ਸਾਊਲ ਦੇ ਟੱਬਰ ਦੇ ਵਿੱਚੋਂ ਹਾਲੇ 2-3 ਪਪਟ ਰਾਜੇ ਬਣਨੇ ਔਰ ਉਹਨਾਂ ਨੂੰ ਜਿਸ ਵੇਲੇ ਇਹ 7 ਸਾਲ ਬੇਸਿਕਲੀ ਅਸੀਂ ਦੇਖਿਆ ਸੀ ਕਿ ਇੱਕ ਤਰ੍ਹਾਂ ਦੀ ਸਿਵਲ ਵਾਰ ਚੱਲੀ ਸੀ ਕਿ ਜਿੱਥੇ ਅਬਨੇਰ ਜੋ ਸਾਊਲ ਦਾ ਸੈਨਾਪਤੀ ਸੀਗਾ ਉਹ ਇੱਕ ਸਾਊਲ ਦੇ ਪੁੱਤਰ ਨੂੰ ਗੱਦੀ ਦੇ ਉੱਤੇ ਬਿਠਾ ਕੇ ਜਿਹੜਾ ਬਚ ਗਿਆ ਸੀਗਾ ਉਸ ਨੂੰ ਗੱਦੀ ਦੇ ਉੱਤੇ ਬਿਠਾ ਕੇ ਤੇ ਬੇਸਿਕਲੀ ਉਹ ਰਾਜ ਆਪ ਕਰਦਾ ਸੀ। ਔਰ ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਜਿਸਲੇ 6.5 ਸਾਲ ਹੋ ਗਏ ਤਾਂ ਅਬਨੇਰ ਦੇ ਕੋਲ ਇੱਕ ਸਾਊਲ ਦੀ ਰਖੇਲ ਸੀਗੀ ਤਾਂ ਉਸਦੇ ਪੁੱਤਰ ਨੇ ਇਸ ਚੀਜ਼ ਦੇ ਉੱਤੇ ਬੜਾ ਅਬਨੇਰ ਨੂੰ ਕਿਹਾ ਵੀ ਤੂੰ ਏਦਾਂ ਨਹੀਂ ਕਰ ਸਕਦਾ। ਤਾਂ ਅਬਨੇਰ ਨੇ ਕਿਹਾ ਕਿ 6.5 ਸਾਲ ਤੁਹਾਨੂੰ ਰਾਜਾ ਬਣਾ ਕੇ ਮੈਂ ਹੀ ਰੱਖਿਆ। ਸੋ ਅਬਨੇਰ ਨੇ ਉਸ ਤੋਂ ਬਾਅਦ ਦਾਊਦ ਦੇ ਨਾਲ ਜਾ ਕੇ ਸੰਧੀ ਕਰ ਲਈ ਸੀਗੀ ਔਰ ਫਿਰ ਉਸ ਤੋਂ ਬਾਅਦ ਦਾਊਦ ਸਾਰੇ ਦੇ ਸਾਰੇ ਇਜ਼ਰਾਈਲ ਦੇ ਉੱਤੇ ਰਾਜਾ ਬਣ ਗਿਆ ਸੀ। ਸੋ ਅਸੀਂ ਇਹ ਦੇਖਦੇ ਪਏ ਹਾਂ ਕਿ ਹਰੇਕ ਕਬੀਲੇ ਚੋਂ ਬੇਸਿਕਲੀ ਕਬੀਲੇ ਦੇ ਵਿੱਚੋਂ ਲੋਕ ਆਏ ਆ ਕੇ ਤਾਂ ਉਹਨਾਂ ਨੇ ਦਾਊਦ ਨੂੰ ਆਪਣਾ ਰਾਜਾ ਹੈਬਰੋਨ ਦੇ ਵਿੱਚ ਬਣਾ ਲਿਆ ਔਰ ਉਹ ਉਸ ਦੇ ਲਈ ਬਹੁਤ ਸਾਰੀਆਂ ਭੇਂਟਾਂ ਲੈ ਕੇ ਆਏ ਜਿਨ੍ਹਾਂ ਨੂੰ ਅਸੀਂ ਦੇਖਦੇ ਪਏ ਹਾਂ। ਸੋ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਦੇ ਪਏ ਹਾਂ ਕਿ ਇੱਕ ਚੰਗੀ ਵੱਡੀ ਆਰਮੀ ਵੀ ਦਾਊਦ ਦੀ ਬਣ ਚੁੱਕੀ ਹੈ। ਨਿਪੁੰਨ ਯੋਧੇ ਆ, ਚੰਗੇ ਲੜਾਕੇ ਆ। ਸੋ ਉਹ ਸਾਰੇ ਦੇ ਸਾਰੇ ਜਿਹੜੇ ਲੋਕ ਆ ਉਹ ਦਾਊਦ ਦੇ ਨਾਲ ਆ ਰਹੇ ਆ। ਹੁਣ ਦਾਊਦ ਦੇ ਕੋਲ ਇੱਕ ਚੰਗੀ ਟ੍ਰੇਨਡ ਆਰਮੀ ਆ ਔਰ ਦਾਊਦ ਦੇ ਕੋਲ ਬੇਸਿਕਲੀ ਉਸ ਦੇ ਕੋਲ ਹਰੇਕ ਕਬੀਲੇ ਦੇ ਲੋਕਾਂ ਦੀ ਬਲੈਸਿੰਗ ਆ। ਸੋ ਉਹਨਾਂ ਨੇ ਦਾਊਦ ਨੂੰ ਆਪਣਾ ਰਾਜਾ ਬਣਾ ਲਿਆ। ਸੋ he is the king now. ਸੋ ਹੁਣ ਅਸੀਂ ਪ੍ਰਭੂ ਦੇ ਸੰਦੂਕ ਦੇ ਬਾਰੇ ਦੇਖਾਂਗੇ। 13ਵਾਂ ਭਾਵ ਜਿਸ ਨੂੰ ਮਿਲੇ ਪੜ੍ਹ ਜਾ ਇਹਦੀਆਂ ਸਿਰਫ 14 ਆਇਤਾਂ ਇਸ ਨੂੰ ਕੋਈ ਜਾਣ ਪੜਦਾ ਹੈ। ਮੈਂ ਪੜ੍ਹਦੀ ਹਾਂ। ਰਾਜਾ ਦਾਊਦ ਨੇ ਆਪਣੇ ਸਭ ਆਗੂਆਂ ਅਰਥਾਤ ਹਜ਼ਾਰਾਂ ਤੇ ਸੈਂਕੜਿਆਂ ਦੇ ਆਗੂਆਂ ਨਾਲ ਸਲਾਹ ਕੀਤੀ। ਤਦ ਰਾਜਾ ਦਾਊਦ ਨੇ ਸਾਰੀ ਇਸਰਾਏਲੀ ਸੰਗਤ ਨੂੰ ਕਿਹਾ, ਜੇਕਰ ਤੁਸੀਂ ਚਾਹੋ ਅਤੇ ਪ੍ਰਭੂ ਸਾਡੇ ਪਰਮੇਸ਼ਰ ਦੀ ਵੀ ਇਹੀ ਇੱਛਾ ਹੈ ਤਾਂ ਆਓ ਅਸੀਂ ਬਾਕੀ ਦੇਸ਼ ਭਰ ਵਿੱਚ ਰਹਿ ਰਹੇ ਭਰਾਵਾਂ ਪੁਰੋਹਿਤਾਂ ਤੇ ਲੇਵੀਆਂ ਕੋਲ ਉਹਨਾਂ ਦੇ ਨਗਰਾਂ ਤੇ ਪਿੰਡਾਂ ਵਿੱਚ ਸੰਦੇਸ਼ ਵਾਹਕ ਕਰੀਏ ਕਿ ਉਹ ਇੱਥੇ ਸਾਡੇ ਕੋਲ ਇਕੱਠਿਆਂ ਹੋਣ। ਫਿਰ ਅਸੀਂ ਜਾ ਕੇ ਪਰਮੇਸ਼ਰ ਦੇ ਨੇਮ ਦਾ ਸੰਦੂਕ ਇੱਥੇ ਆਪਣੇ ਕੋਲ ਲਿਆਵਾਂਗੇ ਜਿਸ ਦੀ ਸਾਊਲ ਰਾਜਾ ਦੇ ਦਿਨਾਂ ਵਿੱਚ ਕੋਈ ਪਰਵਾਹ ਨਹੀਂ ਕੀਤੀ ਗਈ। ਸਾਰੀ ਇਸਰਾਏਲੀ ਸੰਗਤ ਦਾਊਦ ਦੀ ਇਸ ਸਲਾਹ ਤੋਂ ਖੁਸ਼ ਹੋਈ ਅਤੇ ਉਹਨਾਂ ਨੇ ਇਹ ਸੰਸਾਰ ਕਰਨਾ ਸਵੀਕਾਰ ਕੀਤਾ। ਸੋ ਰਾਜਾ ਦਾਊਦ ਨੇ ਸਭ ਇਜ਼ਰਾਈਲੀਆਂ ਨੂੰ ਅਰਥਾਤ ਮਿਸਰ ਦੀ ਹੱਦ ਸ਼ੀਹੋਰ ਤੋਂ ਲੈ ਕੇ ਹਮਾਤ ਦੇ ਲਾਂਘੇ ਤੱਕ ਇਕੱਠਿਆਂ ਕੀਤਾ ਕਿ ਪਰਮੇਸ਼ਰ ਦੇ ਨੇਮ ਦਾ ਸੰਦੂਕ ਕਿਰਿਅਤ ਯਾਰੀਮ ਤੋਂ ਲਿਆਂਦਾ ਜਾਵੇ। ਤਾਂ ਦਾਊਦ ਅਤੇ ਉਸ ਦੇ ਨਾਲ ਸਭ ਇਜ਼ਰਾਈਲੀ ਯਹੂਦਾ ਇਲਾਕੇ ਦੇ ਨਗਰ
ਬਾਲਾ ਅਰਥਾਤ ਕਿਰਿਅਤ ਜਾਰੀਮ ਨੂੰ ਗਏ ਕਿ ਉੱਥੋਂ ਪਰਮੇਸ਼ਰ ਦੇ ਨੇਮ ਦਾ ਸੰਦੂਕ ਲਿਆਉਣ। ਸੋ ਕਰੂਬੀਆਂ ਵਿਚਕਾਰ ਰਹਿੰਦੇ ਅਤੇ ਜਿਸ ਦਾ ਨਾਂ ਉੱਥੇ ਜਪਿਆ ਜਾਂਦਾ ਹੈ, ਸੋ ਪਰਮੇਸ਼ਰ ਨੇ ਪਰਮੇਸ਼ਰ ਦੇ ਪਵਿੱਤਰ ਸੰਦੂਕ ਨੂੰ ਅਬੀਨਾਦਾਬ ਦੇ ਘਰੋਂ ਕੱਢ ਕੇ ਇੱਕ ਨਵੇਂ ਗੱਡੇ ਉੱਤੇ ਰੱਖਿਆ ਤੇ ਉਜ਼ਾ ਤੇ ਇਹੋ ਗੱਡੇ ਨੂੰ ਹੱਕਣ ਲੱਗੇ। ਦਾਊਦ ਅਤੇ ਸਭ ਇਜ਼ਰਾਈਲੀ ਲੋਕ ਪੂਰੇ ਜ਼ੋਰ ਨਾਲ ਪਰਮੇਸ਼ਰ ਦੇ ਸਾਹਮਣੇ ਖੁਸ਼ੀ ਦੇ ਨਾਲ ਨੱਚ ਰਹੇ, ਗਾ ਰਹੇ ਅਤੇ ਤਰ੍ਹਾਂ ਤਰ੍ਹਾਂ ਦੇ ਸਾਜ਼ ਵਜਾ ਕੇ ਪਰਮੇਸ਼ਰ ਦੀ ਮਹਿਮਾ ਕਰ ਰਹੇ ਸਨ। ਉਸ ਦੇ ਅੱਗੇ ਸਿਤਾਰ, ਤੰਬੂਰਾ, ਢੋਲ, ਛੈਣੇ ਆਦਿ ਵਜਾਉਂਦੇ ਚੱਲ ਰਹੇ ਸਨ। ਜਦੋਂ ਉਹ ਕਿਦੋਨ ਦੇ ਪਿੜ ਕੋਲ ਪਹੁੰਚੇ ਤਾਂ ਬਲਦਾਂ ਨੂੰ ਠੁੱਡਾ ਲੱਗਣ ਕਾਰਨ ਦਾ ਗੱਡਾ ਹਿੱਲ ਗਿਆ ਅਤੇ ਉਜ਼ਾ ਨੇ ਅੱਗੇ ਹੱਥ ਵਧਾ ਕੇ ਪਵਿੱਤਰ ਸੰਦੂਕ ਨੂੰ ਸਹਾਰਾ ਦੇਣਾ ਚਾਹਿਆ। ਪਰ ਪ੍ਰਭੂ ਤੁਰੰਤ ਕ੍ਰੋਧਿਤ ਹੋਇਆ ਤੇ ਉਸਨੇ ਉਜ਼ਾ ਨੂੰ ਉੱਥੇ ਹੀ ਸੰਦੂਕ ਨੂੰ ਹੱਥ ਲਾਉਣ ਕਾਰਨ ਮਾਰ ਦਿੱਤਾ। ਸੋ ਉਜ਼ਾ ਪਰਮੇਸ਼ਰ ਦੇ ਸਾਹਮਣੇ ਉੱਥੇ ਹੀ ਮਰ ਗਿਆ। ਉਸ ਥਾਂ ਦਾ ਨਾਂ ਇਸੇ ਕਾਰਨ ਪਰਸ ਉਜ਼ਾ ਪੈ ਗਿਆ ਜੋ ਅੱਜ ਤੱਕ ਹੈ। ਇਸ ਤੋਂ ਦਾਊਦ ਨੂੰ ਬਹੁਤ ਦੁੱਖ ਲੱਗਾ ਕਿਉਂਕਿ ਪ੍ਰਭੂ ਨੇ ਕ੍ਰੋਧਿਤ ਹੋ ਕੇ ਉਜ਼ਾ ਨੇ ਸਜ਼ਾ ਦਿੱਤੀ ਸੀ। ਤਦ ਦਾਊਦ ਪਰਮੇਸ਼ਰ ਤੋਂ ਡਰ ਗਿਆ ਤੇ ਬੋਲਿਆ, ਮੈਂ ਨੇਮ ਦਾ ਸੰਦੂਕ ਕਿਸ ਤਰ੍ਹਾਂ ਆਪਣੇ ਨਾਲ ਲੈ ਜਾ ਸਕਦਾ ਹਾਂ। ਸੋ ਦਾਊਦ ਪਵਿੱਤਰ ਸੰਦੂਕ ਨੂੰ ਯਰੂਸ਼ਲਮ ਵਿੱਚ ਨਾਲ ਲੈ ਕੇ ਗਿਆ, ਸਗੋਂ ਗਾਤ ਨਗਰ ਦੇ ਅਬੇਦ ਅਦੋਮ ਨਾਂ ਦੇ ਆਦਮੀ ਦੇ ਘਰ ਛੱਡ ਦਿੱਤਾ, ਜਿੱਥੇ ਪਵਿੱਤਰ ਸੰਦੂਕ 3 ਮਹੀਨੇ ਰਿਹਾ। ਪ੍ਰਭੂ ਨੇ ਅਬੇਦ ਅਦੋਮ ਦੇ ਟੱਬਰ ਅਤੇ ਹਰ ਚੀਜ਼ ਨੂੰ ਅਸੀਸ ਦਿੱਤੀ। ਆਮੀਨ। ਸੋ ਅਸੀਂ ਇੱਥੇ ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਦੇਖਦੇ ਪਏ ਹਾਂ ਕਿ ਇਸ ਦਾ ਮਤਲਬ ਇਹ ਨਹੀਂ ਕਿ ਉਸਨੂੰ ਉਜ਼ਾ ਨੂੰ ਪਤਾ ਨਹੀਂ ਸੀ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ। ਉਹਨਾਂ ਨੂੰ ਪਤਾ ਸੀ ਕਿ ਸਿਰਫ ਲੇਵੀ ਕਬੀਲੇ ਦੇ ਲੋਕ ਹੀ ਸੰਦੂਕ ਦੇ ਕੋਲ ਜਾ ਸਕਦੇ, ਔਰ ਤੁਸੀਂ ਸੰਦੂਕ ਨੂੰ ਇਸ ਤਰ੍ਹਾਂ ਛੂ ਨਹੀਂ ਸਕਦੇ। ਯਾਦ ਰੱਖੋ, ਸੰਦੂਕ ਦੇ ਵਿੱਚ ਹੈ ਕੀ? ਅਤ ਪਵਿੱਤਰ ਚੀਜ਼, ਪਰਮੇਸ਼ਵਰ ਦੀ ਆਪਣੀ ਹੈਂਡ ਰਾਈਟਿੰਗ ਦਾ ਉਹਦੇ ਵਿੱਚ। ਅਸੀਂ ਉਹ ਲੋਕ ਹਾਂ ਜਿਨ੍ਹਾਂ ਦੇ ਕੋਲ ਜਿਉਂਦੇ ਪਰਮੇਸ਼ਵਰ ਦੇ ਹੱਥ ਦਾ ਲਿਖਿਆ ਕੁਛ, ਉਹ ਅਤ ਪਵਿੱਤਰ, ਔਰ ਉਸਨੂੰ ਅਤ ਪਵਿੱਤਰ ਜਗ੍ਹਾ ਤੇ ਰੱਖਿਆ ਜਾਂਦਾ। ਸੋ ਉਜ਼ਾ ਨੂੰ ਇਸ ਚੀਜ਼ ਦਾ ਪਤਾ ਹੈ। ਲੇਕਿਨ ਅਸੀਂ ਜਿਹੜੀ ਇਹਦੇ ਵਿੱਚ ਦੇਖਣ ਵਾਲੀ ਚੀਜ਼ ਉਹ ਇਹ ਆ, ਉਹ ਹੈ ਪਰਮੇਸ਼ਵਰ ਦੀ ਹਜ਼ੂਰੀ। ਪਰਮੇਸ਼ਵਰ ਦੀ ਹਜ਼ੂਰੀ ਕੌਮ ਦੇ ਨਾਲ, ਪਰਮੇਸ਼ਵਰ ਦੀ ਹਜ਼ੂਰੀ ਦਾਊਦ ਦੇ ਨਾਲ, ਪਰਮੇਸ਼ਵਰ ਦੀ ਮਦਦ ਦਾਊਦ ਦੇ ਨਾਲ। ਔਰ ਜਿਸ ਲਈ ਉਹ ਗੱਡਾ ਆ ਰਿਹਾ ਆ ਤੇ ਦਾਊਦ ਨੂੰ ਇਹ ਜਿਹੜਾ ਕੰਮ ਹੋਇਆ ਇਹ ਦਾਊਦ ਦੀ ਖਾਤਰ ਹੋਇਆ। ਉਹ ਤਾਂ ਉਹਦੀ ਗਲਤੀ ਸੀ ਨਾ, ਲੇਕਿਨ ਜੋ ਉੱਥੇ ਹੋਇਆ, ਜਿਹੜੀ ਪਰਮੇਸ਼ਵਰ ਦੀ ਅੱਗ ਆਈ, ਜੋ ਪਰਮੇਸ਼ਵਰ ਨੇ ਉਸਨੂੰ ਸਜ਼ਾ ਦਿੱਤੀ, ਤਾਂ ਪਰਮੇਸ਼ਵਰ ਨੇ ਇਹ ਦਿਖਾਇਆ ਕਿ ਮੈਂ ਜਿਉਂਦਾ ਪਰਮੇਸ਼ਵਰ ਦਾਊਦ ਦੇ ਨਾਲ, ਮੈਂ ਜਿਉਂਦਾ ਪਰਮੇਸ਼ਵਰ ਇਜ਼ਰਾਈਲ ਦੇ ਨਾਲ, ਇਸਰਾਇਲ ਦਾ ਜਿਉਂਦਾ ਪਰਮੇਸ਼ਵਰ ਅਤ ਪਵਿੱਤਰ। ਸੋ ਇੱਥੇ ਸਾਨੂੰ ਸਿਰਫ ਇਹ ਦੇਖਣਾ, ਇਸ ਤੋਂ ਜ਼ਿਆਦਾ ਅਤ ਪਵਿੱਤਰ ਪਰਮੇਸ਼ਵਰ, ਇਜ਼ਰਾਇਲ ਦਾ ਅਤ ਪਵਿੱਤਰ ਪਰਮੇਸ਼ਵਰ ਉਹਨਾਂ ਦੇ ਨਾਲ ਔਰ ਦਾਊਦ ਦੇ ਨਾਲ। ਲੇਕਿਨ ਸਾਨੂੰ ਇੱਥੇ ਜਿਹੜੀ ਮੇਨ ਚੀਜ਼ ਦੇਖਣ ਵਾਲੀ ਆ ਕਿ ਰਾਜਾ ਸਾਊਲ ਨੇ ਇਸ ਦੀ ਕੋਈ ਪਰਵਾਹ ਨਹੀਂ ਕੀਤੀ। ਰਾਜਾ ਸਾਊਲ ਨੇ ਇਸ ਦੀ ਕੋਈ ਪਰਵਾਹ ਨਹੀਂ ਕੀਤੀ। ਲੇਕਿਨ ਅਸੀਂ ਅਗਰ ਪਿੱਛੇ ਦੇਖੀਏ ਤਾਂ ਸਾਊਲ ਨੇ ਜਿਸ ਲਈ ਆਪਣੀ ਬੇਟੀ ਮੀਕਲ ਦਾ ਵਿਆਹ ਦਾਊਦ ਦੇ ਨਾਲ ਕੀਤਾ ਨਾ, ਤੇ ਉਸਨੇ ਦਾਊਦ ਨੂੰ ਤਾਂ ਖਿੜਕੀ ਥਾਣੀ ਉਤਾਰ ਦਿੱਤਾ, ਪਰ ਜਿਹੜੇ ਉਹਨਾਂ ਦੇ ਘਰ ਦੇ ਦੇਵਤੇ ਸੀਗੇ ਉਹਨਾਂ ਨੂੰ ਉਸ ਮੰਜੇ ਦੇ ਉੱਤੇ ਪਾ ਦਿੱਤਾ। ਕਿਹੜੇ ਦੇਵਤੇ? ਇਹਦਾ ਮਤਲਬ ਸਾਊਲ ਕਿਸੇ ਹੋਰ ਚੀਜ਼ ਦੀ ਵੀ ਪੂਜਾ ਕਰਦਾ ਸੀ, ਕਿਸੇ ਹੋਰ ਚੀਜ਼ ਦੀ ਵੀ ਪੂਜਾ ਕਰਦਾ ਸੀ।
ਉਹਦਾ ਮਨ ਪਰਮੇਸ਼ਵਰ ਦੇ ਨਾਲ ਸੀ। ਦਾਊਦ ਦਾ ਮਨ ਪਰਮੇਸ਼ਵਰ, ਦਾਊਦ ਦਾ ਮਨ ਇਕਾਗਰ, ਦਾਊਦ ਦਾ ਮਨ ਦੋ ਪਾਸੇ ਨਹੀਂ, ਸਿਰਫ ਇੱਕ ਪਾਸੇ, ਔਰ ਪਰਮੇਸ਼ਵਰ ਦੀ ਹਜ਼ੂਰੀ ਚ ਉਹਦਾ ਲੱਗਾ ਹੈ। ਸੋ ਇਸ ਕਰਕੇ ਪ੍ਰਭੂ ਉਸ ਨੂੰ ਬਰਕਤ ਦਿੰਦਾ। ਪਰ ਦਾਊਦ ਫਿਰ ਵੀ ਇਨਸਾਨ ਡਰ ਗਿਆ। ਸੋ ਉਸਨੇ ਉੱਥੇ ਅਬੇਦ ਅਦੋਮ ਦੇ ਘਰ ਉਸਨੂੰ ਰੱਖ ਦਿੱਤਾ, ਔਰ ਪਰਮੇਸ਼ਵਰ ਨੇ ਉਸਨੂੰ ਬਹੁਤ ਬਰਕਤ ਦਿੱਤੀ, ਉਸਨੂੰ ਬਹੁਤ ਬਰਕਤ ਦਿੱਤੀ। ਔਰ ਦਾਊਦ ਨੂੰ ਇਸ ਚੀਜ਼ ਦੀ ਖੇਜ ਵੀ ਬਹੁਤ ਚੜੀ ਸੀ, ਪਰਮੇਸ਼ਵਰ ਨੇ ਉਹਨੂੰ ਬਰਕਤ ਦਿੱਤੀ ਹੈ। ਫਿਰ ਦਾਊਦ ਨੇ ਇਸ ਨੂੰ ਯਰੂਸ਼ਲਮ ਲੈ ਕੇ ਆਇਆ ਸੀ। ਸੋ ਆਓ ਅਸੀਂ 14ਵੇਂ ਭਾਵ ਦੀਆਂ 17 ਆਇਤਾਂ, ਪਹਿਲਾਂ 7 ਆਇਤਾਂ ਪੜ੍ਹਦੇ, 7 ਆਇਤ ਤੱਕ ਪੜ੍ਹਦੇ, ਫਿਰ 8 ਤੋਂ ਲੈ ਕੇ 17 ਤੱਕ ਪੜ੍ਹਦੇ, ਜਿਸ ਨੂੰ ਮਿਲੇ। ਹਾਂਜੀ ਮੈਂ ਪੜ੍ਹਦੀ ਹਾਂ। Go ahead, ਮੇਰੀ ਬਹਿਨ। ਸੂਰ ਦੇ ਰਾਜਾ ਹੀਰਾਮ ਨੇ ਦਾਊਦ ਕੋਲ ਸੰਦੇਸ਼ਵਾਹਕ ਘੱਲੇ ਅਤੇ ਉਸ ਦਾ ਮਹਿਲ ਬਣਾਉਣ ਲਈ ਦਿਆਰ ਦੀ ਲੱਕੜੀ, ਤਰਖਾਣ ਅਤੇ ਪੱਥਰ ਘੜਨ ਵਾਲੇ ਘੱਲੇ। ਤਦ ਦਾਊਦ ਜਾਣ ਗਿਆ ਕਿ ਪ੍ਰਭੂ ਨੇ ਉਸ ਦਾ ਇਜ਼ਰਾਇਲ ਉੱਤੇ ਰਾਜ ਪੂਰੀ ਤਰ੍ਹਾਂ ਨਾਲ ਸਥਾਪਿਤ ਕਰ ਦਿੱਤਾ ਹੈ ਅਤੇ ਪ੍ਰਭੂ ਆਪਣੇ ਲੋਕਾਂ ਕਾਰਨ ਉਸ ਦੇ ਰਾਜ ਨੂੰ ਵਧਾ ਫੁਲਾ ਰਿਹਾ ਹੈ। ਜਰੂਸ਼ਲਮ ਵਿੱਚ ਦਾਊਦ ਨੇ ਹੋਰ ਬਹੁਤ ਸਾਰੀਆਂ ਔਰਤਾਂ ਨਾਲ ਵਿਆਹ ਕੀਤੇ ਅਤੇ ਉਸ ਦੇ ਘਰ ਹੋਰ ਬਹੁਤ ਸਾਰੇ ਧੀਆਂ ਪੁੱਤਰਾਂ ਨੇ ਜਨਮ ਲਿਆ। ਜਰੂਸ਼ਲਮ ਵਿੱਚ ਉਸ ਦੇ ਘਰ ਜੰਮੀ ਸੰਤਾਨ ਦੇ ਇਹ ਨਾਂ ਸਨ: ਸ਼ਮੂਆ, ਸ਼ੋਬਾਬ, ਨਾਥਾਨ, ਸੁਲੇਮਾਨ, ਜਿਬਹਾਰ, ਅਲੀਸ਼ੂਆ, ਅਲਪਾਲਟ, ਨੋਗਾ, ਨਫੰਗ, ਜਾਫੀਆ, ਅਲੀਸ਼ਾਮਾ, ਬਅਲਾਦ ਤੇ ਅਲੀਫਾਲਟ। ਸੋ ਇਹਦੇ ਵਿੱਚ 2 ਨਾਮ ਜਿਹੜੇ ਆ ਉਹ ਮੇਨ, ਇੱਕ ਨਾਥਾਨ ਦਾ ਔਰ ਦੂਸਰਾ ਜਿਹੜਾ ਨਾਮ ਆ ਉਹ ਸੁਲੇਮਾਨ ਦਾ। ਔਰ ਇਹ ਨਾਥਾਨ ਨਬੀ ਨਹੀਂ ਗਾ, ਇਹ ਨਾਥਾਨ ਨਬੀ ਨਹੀਂ ਗਾ, ਇਹ ਰਾਜਾ ਦਾਊਦ ਦਾ ਬੇਟਾ। ਸੋ ਅਸੀਂ ਜਿਸ ਲਈ ਪ੍ਰਭੂ ਦੇ ਵਚਨ ਦੇ ਵਿੱਚ ਜਾਣਦੇ ਹਾਂ, ਖਾਸ ਕਰਕੇ ਜਿਸ ਵੇਲੇ ਅਸੀਂ ਮੱਤੀ ਦੇ ਵਿੱਚ ਤੇ ਲੂਕਾ ਦੇ ਵਿੱਚ ਦੇਖਦੇ ਹਾਂ, ਤਾਂ ਉੱਥੇ ਅਸੀਂ 2 ਲਾਈਨਾਂ ਦੇਖਦੇ ਹਾਂ ਪ੍ਰਭੂ ਦੇ ਜਿਹੜੇ ਸਾਨੂੰ ਪ੍ਰਭੂ ਯਿਸੂ ਮਸੀਹ ਤੱਕ ਲੈ ਕੇ ਆਉਂਦੀਆਂ। ਇੱਕ ਲਾਈਨ ਜਿਹੜੀ ਹੈਗੀ ਆ ਉਹ ਸਾਨੂੰ ਮਰੀਅਮ ਤੱਕ ਲੈ ਕੇ ਜਾਂਦੀ ਹੈ, ਦੂਸਰੀ ਲਾਈਨ ਜਿਹੜੀ ਸਾਨੂੰ ਯੂਸਫ ਤੱਕ ਲੈ ਕੇ ਜਾਂਦੀ ਹੈ। ਔਰ ਜਿਹੜੀ ਲਾਈਨ ਆ ਉਹ ਨਥਾਨ ਤੋਂ ਚੱਲੀ ਹੈ, ਔਰ ਜਿਹੜੀ ਦੂਸਰੀ ਲਾਈਨ ਆ ਉਹ ਸੁਲੇਮਾਨ, ਰਾਜਾ ਸੁਲੇਮਾਨ ਤੋਂ ਚੱਲੀ ਹੈ। ਔਰ ਰਾਜਾ ਸੁਲੇਮਾਨ ਦੀ ਜਿਹੜੀ ਲਾਈਨ ਆ ਉਹ ਰਾਜਿਆਂ ਦੀ ਲਾਈਨ, ਔਰ ਦੂਸਰੀ ਲਾਈਨ ਬੇਸਿਕਲੀ ਦਾਊਦ ਦੇ ਘਰਾਣੇ ਦੇ ਜਿਹੜੇ ਬਾਕੀ ਦੇ ਲੋਕ ਆ, ਔਰ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਨਬੀ ਹੋਏ ਆ, ਉਹਨਾਂ ਦੀ ਉਹ ਅਸੀਂ ਲਾਈਨ ਦੇਖਦੇ ਹਾਂ। ਪਰ ਇਹ ਨਾਥਾਨ ਨਬੀ ਨਹੀਂ, ਇਹ ਦਾਊਦ ਦਾ ਪੁੱਤਰ ਨਾਥਾਨ। ਠੀਕ, ਸੋ ਇੱਥੇ ਮੇਨ ਚੀਜ਼ ਇਹ ਹੈ। ਹੁਣ ਫਿਲਿਸਤੀ ਜਿੱਥੋਂ ਦਾਊਦ ਉੱਠ ਕੇ ਆਇਆ, ਫਿਲਿਸਤ ਦੇ ਵਿੱਚੋਂ ਉੱਠ ਕੇ ਆਇਆ, ਉਹਨਾਂ ਨੂੰ ਪਤਾ ਲੱਗਾ ਕਿ ਹੁਣ ਦਾਊਦ ਨੂੰ ਰਾਜਾ ਬਣਾ ਦਿੱਤਾ। ਸੋ ਉਹਨਾਂ ਨੇ ਇਸ ਤੋਂ ਪਹਿਲਾਂ ਕਿ ਸਭ ਕੁਝ ਹੱਥੋਂ ਜਾਂਦਾ ਰਹੇ, ਉਹਨਾਂ ਨੇ ਦਾਊਦ ਨੂੰ ਫੜ ਕੇ ਮਾਰਨ ਦੀ ਕੋਸ਼ਿਸ਼ ਕਰਨੀ ਹੈ। ਸੋ ਆਓ ਅਸੀਂ ਦੇਖੀਏ 8 ਆਇਤ ਤੋਂ ਲੈ ਕੇ 17 ਆਇਤ। ਜਦੋਂ ਫਿਲਿਸਤੀਆਂ ਨੂੰ ਪਤਾ ਲੱਗਾ ਕਿ ਦਾਊਦ ਦਾ ਅਭਿਸ਼ੇਕ ਇਜ਼ਰਾਇਲ ਦਾ ਰਾਜਾ ਹੋਣ ਲਈ ਕੀਤਾ ਗਿਆ ਹੈ, ਤਾਂ ਉਹਨਾਂ ਦੀ ਸੈਨਾ ਉਸ ਨੂੰ ਫੜਨ ਲਈ ਨਿਕਲੀ। ਦਾਊਦ ਨੇ ਜਦੋਂ ਇਹ ਖਬਰ ਸੁਣੀ ਤਾਂ ਉਹ ਵੀ ਉਹਨਾਂ ਦਾ ਟਾਕਰਾ ਕਰਨ ਲਈ ਨਿਕਲਿਆ। ਫਿਰ ਦਾਊਦ ਨੇ ਪ੍ਰਭੂ ਤੋਂ ਪੁੱਛਿਆ, ਜੇ ਮੈਂ ਫਿਲਿਸਤੀਆਂ ਉੱਤੇ ਜਾ ਕੇ ਚੜ੍ਹਾਈ ਕਰਾਂ ਤਾਂ ਕਿ ਤੂੰ ਮੈਨੂੰ ਉਹਨਾਂ ਉੱਤੇ ਜਿੱਤ ਦੇਵੇਂਗਾ? ਪ੍ਰਭੂ ਨੇ ਉੱਤਰ ਦਿੱਤਾ, ਹਾਂ, ਤੂੰ ਉਹਨਾਂ ਉੱਤੇ ਚੜ੍ਹਾਈ ਕਰ, ਮੈਂ ਤੈਨੂੰ ਜਿੱਤ ਦੇਵਾਂਗਾ। ਦਾਊਦ ਨੇ ਬਾਅਲ ਪਰਾਸੀਮ ਦੀ ਥਾਂ ਉੱਤੇ ਆ ਕੇ ਫਿਲਿਸਤੀਆਂ ਨੂੰ ਹਰਾਇਆ। ਉਸਨੇ ਕਿਹਾ, ਪ੍ਰਭੂ ਮੇਰੇ ਸਾਹਮਣੇ ਮੇਰੇ ਬੈਰੀਆਂ ਉੱਤੇ ਤੇਜ਼ ਹੜ੍ਹ ਦੇ ਵਾਂਗ ਆ ਪਿਆ ਅਤੇ ਉਹਨਾਂ ਨੂੰ ਰੋੜ ਕੇ ਲੈ ਗਿਆ। ਇਸ ਲਈ ਉਸ ਥਾਂ ਦਾ ਨਾਂ ਬਾਆਲ ਪਰਾਮੀਮ ਪੈ ਗਿਆ। ਫਿਲਿਸਤੀ ਦੌੜਦੇ ਸਮੇਂ ਆਪਣੇ ਬੁੱਤ ਪਿੱਛੇ ਛੱਡ ਗਏ ਅਤੇ ਦਾਊਦ ਨੇ ਆਗਿਆ ਦਿੱਤੀ ਕਿ ਉਹ ਇਕੱਠੇ ਕਰਕੇ ਸਾੜ ਦਿੱਤੇ ਜਾਣ। ਪਰ ਫਿਲਿਸਤੀ ਕੁਝ ਸਮੇਂ ਪਿੱਛੇ ਹੀ ਵਾਪਸ ਆ ਕੇ ਰਿਫਾਈਆਂ ਦੀ ਬਾਦੀ ਵਿੱਚ ਲੁੱਟ-ਮਾਰ ਕਰਨ ਲੱਗੇ। ਤਦ ਦਾਊਦ ਨੇ ਫਿਰ ਪਰਮੇਸ਼ਵਰ ਤੋਂ ਉਹਨਾਂ ਉੱਤੇ ਹੱਲਾ ਬੋਲਣ ਲਈ ਸਲਾਹ ਲਈ।
ਪਰਮੇਸ਼ਵਰ ਨੇ ਉੱਤਰ ਦਿੱਤਾ, ਤੂੰ ਇੱਥੋਂ ਉਹਨਾਂ ਉੱਤੇ ਹੱਲਾ ਨਾ ਬੋਲ, ਸਗੋਂ ਦੂਜੇ ਪਾਸੇ ਜਾ। ਉਸ ਸਮੇਂ ਉਹਨਾਂ ਉੱਤੇ ਹੱਲਾ ਬੋਲੀ ਜਦੋਂ ਤੂੰ ਤੂਤਾਂ ਦੀਆਂ ਟਹਿਣੀਆਂ ਵਿੱਚ ਚੱਲਣ ਦੀ ਆਵਾਜ਼ ਸੁਣੇ, ਕਿਉਂਕਿ ਉਸ ਵੇਲੇ ਮੈਂ ਤੇਰੇ ਅੱਗੇ ਅੱਗੇ ਜਾ ਕੇ ਫਿਲਿਸਤੀਆਂ ਨੂੰ ਮਾਰਾਂਗਾ। ਸੋ ਦਾਊਦ ਨੇ ਪ੍ਰਭੂ ਦੀ ਆਗਿਆ ਅਨੁਸਾਰ ਕੀਤਾ ਅਤੇ ਉਸ ਨੇ ਫਿਲਿਸਤੀਆਂ ਨੂੰ ਗਵਾਹ ਤੋਂ ਲੈ ਕੇ ਗਜ਼ਰ ਤੱਕ ਮਾਰਿਆ। ਦਾਊਦ ਦੀ ਪ੍ਰਸਿੱਧੀ ਹਰ ਥਾਂ ਫੈਲ ਗਈ ਅਤੇ ਪ੍ਰਭੂ ਨੇ ਸਭ ਕੌਮਾਂ ਉੱਤੇ ਉਸ ਦਾ ਡਰ ਪਾ ਦਿੱਤਾ। ਉਸਦਾ ਡਰ ਪਾ ਦਿੱਤਾ। ਸੋ ਬੇਸਿਕਲੀ ਅਸੀਂ ਜਿੱਦਾਂ ਕਿ ਪਹਿਲਾਂ ਵੀ ਦੇਖਿਆ ਸੀਗਾ ਕਿ ਜਿਹੜੇ ਫਿਲਿਸਤੀ ਜਿਹੜੇ ਲੋਕ ਸੀਗੇ, ਸੋ ਆਹ ਜਿਹੜਾ ਏਰੀਆ ਹੈਗਾ ਇਹ ਫਿਲਿਸਤੀਆਂ ਦਾ ਏਰੀਆ ਸੀਗਾ। ਔਰ ਇਹ ਜਿਹੜੇ ਫਿਲਿਸਤੀ ਸੋ ਉਸਨੇ ਉਹਨਾਂ ਨੂੰ ਗੱਠ ਤੋਂ ਮਾਰਨਾ ਸ਼ੁਰੂ ਕੀਤਾ ਤੇ ਇੱਥੇ ਗਰਾਰ ਤੱਕ ਲੈ ਕੇ ਆ ਗਿਆ। ਸੋ ਦਾਊਦ ਨੇ ਫਿਲਿਸਤੀਆਂ ਦੀ ਬੇਸਿਕਲੀ ਹੁਣ ਜ਼ਮੀਨ ਦੇ ਉੱਤੇ ਵੀ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਸੋ ਅਗਰ ਅਸੀਂ ਮੈਡੀਟਰੇਨੀਅਨ ਸੀ ਨੂੰ ਦੇਖੀਏ, let me open up. It's something better than this. This is better. ਸੋ ਅਗਰ ਤੁਸੀਂ ਦੇਖੋ ਆਹ ਇਜ਼ਰਾਈਲ, ਆ ਜਿਹੜਾ ਨਿੱਕਾ ਜਿਹਾ ਨਾ ਛੋਟਾ ਜਿਹਾ ਨਾਈਫ ਜਿਹਾ ਵਰਗਾ ਲੱਗਦਾ, ਇਹ ਇਜ਼ਰਾਈਲ। ਸੋ ਅਗਰ ਤੁਸੀਂ ਇਸ ਨੂੰ ਸਾਰੇ ਨੂੰ ਦੇਖੋ ਤਾਂ ਇਧਰਲੇ ਪਾਸੇ ਬੇਸਿਕਲੀ ਸਾਰਾ ਆ ਜਾਂਦਾ ਹੈਗਾ ਆ ਜਿਹੜਾ ਅਫਰੀਕਾ ਆ ਜਾਂਦਾ। ਅਸੀਂ ਇਜਿਪਟ, ਲੀਬੀਆ, ਟਿਊਨੀਸ਼ੀਆ, ਅਲਜੀਰੀਆ, ਮੋਰਾਕੋ ਇਹ ਸਾਰੇ ਦੇਖਣ ਲੱਗ ਪਏ ਨੇ। ਬਾਕੀ ਦੇ ਜਿਹੜੇ ਕੰਟਰੀ ਉਹ ਸਾਰੇ ਇਧਰ ਨੂੰ ਪਿਛਲੇ ਪਾਸੇ ਨੂੰ। ਲੇਕਿਨ ਅਗਰ ਅਸੀਂ ਇਧਰ ਨੂੰ ਉੱਪਰਲੇ ਪਾਸੇ ਨੂੰ ਜਾਂਦੇ ਹਾਂ ਤੇ ਫਿਰ ਸਾਨੂੰ ਸਾਈਪਰਸ ਔਰ ਇੱਥੇ ਗ੍ਰੀਸ, ਅਲਬੇਨੀਆ, ਬਾਜ਼ਨੀਆ, ਕਰੋਸ਼ੀਆ, ਇਹ ਸਾਰੇ ਇਟਲੀ, ਸਪੇਨ, ਫਰਾਂਸ, ਇਹ ਸਾਰੇ ਕੰਟਰੀ ਜਿਹੜੇ ਸਾਨੂੰ ਇੱਥੇ ਦਿਸਣ ਲੱਗ ਪੈਂਦੇ ਆ। ਇਹ ਜਿਹੜੇ ਫਿਲਿਸਤੀ ਲੋਕ ਸੀਗੇ ਇਹ ਬੇਸਿਕਲੀ ਇੱਥੋਂ ਇਟਲੀ ਤੋਂ ਤੇ ਗ੍ਰੀਸ ਤੋਂ ਉੱਠ ਕੇ ਇਹ ਆਉਂਦੇ ਸੀਗੇ। ਸੋ ਬੇਸਿਕਲੀ ਇਹ ਗੋਰੇ ਸੀ। ਇਹ ਆ ਕੇ ਇੱਥੇ ਇਹਨਾਂ ਦੇ ਉੱਤੇ ਇਸ ਇਲਾਕੇ ਦੇ ਵਿੱਚ ਥੋੜੇ ਜਿਹੇ ਇਲਾਕੇ ਦੇ ਵਿੱਚ ਇਹਨਾਂ ਨੇ ਆਪਣਾ ਇਹਨਾਂ ਨੇ ਸੋ ਲੈਟ ਮੀ ਗੋ ਬੈਕ ਦੇਅਰ। ਸੋ ਇਸ ਥੋੜੇ ਜਿਹੇ ਇਲਾਕੇ ਦੇ ਉੱਤੇ ਇਹਨਾਂ ਨੇ ਕਬਜ਼ਾ ਕਰਕੇ ਰੱਖਿਆ ਸੀ। ਆ ਜਿਹੜਾ ਇਲਾਕਾ ਇੱਥੇ ਕਬਜ਼ਾ ਕਰਕੇ ਰੱਖਿਆ ਸੀਗਾ। ਔਰ ਇਹ ਇੱਥੋਂ ਬੇਸਿਕਲੀ ਕੀ ਕਰਦੇ ਸੀ, ਸਾਰੇ ਇਲਾਕੇ ਤੇ ਕਬਜ਼ਾ ਨਹੀਂ ਸੀ ਕਰਨਾ ਮੰਗਦੇ, ਕਿਉਂਕਿ ਇਹ ਇੱਥੋਂ ਲੁੱਟ ਖੋ ਕੇ ਜਿਸ ਵੇਲੇ ਵੀ ਸਾਨੂੰ ਪਤਾ ਕਿ ਅਸੀਂ ਜਿਸਲੇ ਪੜ੍ਹਦੇ ਸੀਗੇ ਨਿਆਂਇਆਂ ਦੀ ਪੋਥੀ ਪੜ੍ਹੀ, ਅਸੀਂ ਜਿਸ ਵੇਲੇ ਜੱਜਸ ਦੀ ਪੋਥੀ ਪੜ੍ਹੀ, ਉੱਥੇ ਅਸੀਂ ਹਮੇਸ਼ਾ ਦੇਖਦੇ ਹਾਂ ਕਿ ਇਹ ਫਸਲਾਂ ਦੇ ਵੇਲੇ ਫਸਲਾਂ ਲੁੱਟ ਕੇ ਲੈ ਜਾਂਦੇ ਸੀਗੇ। ਜਿਸਲੇ ਫਸਲ ਆਉਂਦੀ ਸੀ ਫਸਲਾਂ ਲੁੱਟ ਕੇ ਲੈ ਜਾਂਦੇ ਸੀ, ਉਹਨਾਂ ਦੀਆਂ ਭੇਡਾਂ ਬੱਕਰੀਆਂ ਲੁੱਟ ਕੇ ਲੈ ਜਾਂਦੇ ਸੀਗੇ। ਸੋ ਇੱਥੋਂ ਲੁੱਟ ਕੇ ਫਿਰ ਜਹਾਜ਼ਾਂ ਦੇ ਵਿੱਚ ਭਰ ਕੇ ਇਹ ਵਾਪਸ ਗ੍ਰੀਸ ਤੇ ਇਟਲੀ ਨੂੰ ਸਾਰਾ ਕੁਝ ਜਾਂਦਾ ਸੀ। ਸੋ ਇਹ ਬੇਸਿਕਲੀ ਚੋਰ ਹਮਲਾਵਰ ਲੋਕ ਸੀਗੇ। ਸੋ ਦਾਊਦ ਨੇ ਕੀ ਕੀਤਾ ਕਿ ਹੁਣ ਇਹਨਾਂ ਨੂੰ ਇੱਥੋਂ ਗੱਥ ਤੋਂ ਲੈ ਕੇ ਗਰਾਰ ਤੱਕ ਇਹਨਾਂ ਦੀ ਪਟਾਈ ਕੀਤੀ ਹੈ। ਔਰ ਇਹ ਜਿਹੜਾ ਹੁਣ ਇਹ ਬੇਸਿਕਲੀ ਜਿਹੜਾ ਦਾਊਦ ਦਾ ਜਿਹੜਾ ਡਰ ਆ ਪਰਮੇਸ਼ਵਰ ਨੇ ਉਹ ਇਹਨਾਂ ਦੇ ਦਿਲਾਂ ਦੇ ਵਿੱਚ ਪਾ ਦਿੱਤਾ ਸੀ। ਔਰ ਦਾਊਦ ਨੇ ਸਾਰੇ ਇਲਾਕੇ ਦੇ ਉੱਤੇ ਆਪਣਾ ਕਬਜ਼ਾ ਕੀਤਾ, ਇੱਥੋਂ ਕੱਢ ਦਿੱਤੇ ਸੀ ਫਿਲਿਸਤੀ ਲੋਕ, ਦਾਊਦ ਨੇ ਕੱਢ ਦਿੱਤੇ ਸੀਗੇ। ਸੋ ਅਸੀਂ ਪ੍ਰਭੂ ਦੇ ਵਚਨ 'ਚ ਇਹ ਚੀਜ਼ ਦੇਖ ਕੇ ਹਟੇ। ਸੋ ਆਓ ਅਸੀਂ ਹੁਣ 15ਵੇਂ ਭਾਵ ਦੇ ਵਿੱਚ ਆ ਗਏ।
15ਵੇਂ ਭਾਗ ਦੇ ਵਿੱਚ ਪਹਿਲੀਆਂ 13 ਆਇਤਾਂ। ਜਿਸ ਨੂੰ ਮੈਂ ਪੜ੍ਹ ਲਵਾਂ। ਜੀ। ਨੇਮ ਦੇ ਸੰਦੂਕ ਨੂੰ ਲੈ ਜਾਣ ਲਈ ਤਿਆਰੀ। ਦਾਊਦ ਨੇ ਆਪਣੇ ਰਹਿਣ ਲਈ ਦਾਊਦ ਦੇ ਸ਼ਹਿਰ ਵਿੱਚ ਬਹੁਤ ਸਾਰੇ ਘਰ ਬਣਾਏ। ਉਸਨੇ ਪਰਮੇਸ਼ਰ ਦੇ ਪਵਿੱਤਰ ਨੇਮ ਦੇ ਸੰਦੂਕ ਲਈ ਵੀ ਇੱਕ ਥਾਂ ਤਿਆਰ ਕੀਤੀ ਅਤੇ ਉੱਥੇ ਪਵਿੱਤਰ ਤੰਬੂ ਗੱਡ ਦਿੱਤਾ। ਤਦ ਦਾਊਦ ਨੇ ਕਿਹਾ, ਨੇਮ ਦਾ ਸੰਦੂਕ ਕੇਵਲ ਲੇਵੀ ਹੀ ਚੁੱਕਣਗੇ, ਕਿਉਂਕਿ ਪ੍ਰਭੂ ਨੇ ਉਹਨਾਂ ਨੂੰ ਹੀ ਇਸ ਨੂੰ ਚੁੱਕਣ ਅਤੇ ਆਪਣੀ ਸੇਵਾ ਲਈ ਚੁਣਿਆ ਹੈ। ਸੋ ਦਾਊਦ ਨੇ ਸਭ ਇਜ਼ਰਾਈਲੀ ਲੋਕਾਂ ਨੂੰ ਯਰੂਸ਼ਲਮ ਵਿੱਚ ਸੱਦਿਆ ਕਿ ਨੇਮ ਦਾ ਸੰਦੂਕ ਉਸ ਥਾਂ ਤੇ ਲਿਆਂਦਾ ਜਾਵੇ ਜੋ ਉਸਨੇ ਤਿਆਰ ਕੀਤੀ ਸੀ। ਫਿਰ ਉਸਨੇ ਹਰੂਨ ਦੇ ਵੰਸ਼ ਤੇ ਲੇਵੀਆਂ ਨੂੰ ਉੱਥੇ ਇਕੱਠਿਆਂ ਕੀਤਾ। ਕਹਾਤ ਦੀ ਕੁੱਲ ਵਿੱਚੋਂ 120 ਆਦਮੀ ਆਪਣੇ ਆਗੂ ਓਰੀਏਲ ਦੇ ਨਾਲ ਆਏ। ਮਰਾਰੀ ਦੀ ਕੁੱਲ ਵਿੱਚੋਂ 220 ਆਦਮੀ ਆਪਣੇ ਆਗੂ ਅਸਾਇਆ ਦੇ ਨਾਲ ਆਏ। ਗਰਸ਼ੋਮ ਦੀ ਕੁੱਲ ਵਿੱਚੋਂ 130 ਆਦਮੀ ਆਪਣੇ ਆਗੂ ਯੋਏਲ ਦੇ ਨਾਲ ਆਏ। ਅਲੀਸਾਫਾਨ ਦੀ ਕੁੱਲ ਵਿੱਚੋਂ 200 ਆਦਮੀ ਆਪਣੇ ਆਗੂ ਸ਼ਮਯਾਹ ਦੇ ਨਾਲ ਆਏ। ਹਬਰੋਨ ਦੀ ਕੁੱਲ ਵਿੱਚੋਂ 30 ਆਦਮੀ ਆਪਣੇ ਆਗੂ ਅਲੀਏਲ ਦੇ ਨਾਲ ਆਏ। ਉਜੀਏਲ ਦੀ ਕੁੱਲ ਵਿੱਚੋਂ 112 ਆਦਮੀ ਆਪਣੇ ਆਗੂ ਅਮੀਨਾਦਾਬ ਦੇ ਨਾਲ ਆਏ। ਤਦ ਦਾਊਦ ਨੇ ਪੁਰੋਹਿਤ ਸਦੋਕ ਅਤੇ ਪੁਰੋਹਿਤ ਅਬਿਆਥਾਰ ਦੇ ਨਾਲ 6 ਲੇਵੀਆਂ ਓਰੀਏਲ, ਅਸਾਇਆ, ਯੋਏਲ, ਸ਼ਮਯਾਹ, ਅਲੀਏਲ ਤੇ ਅਮੀਨਾਦਾਬ ਨੂੰ ਸੱਦਿਆ ਤੇ ਉਹਨਾਂ ਨੂੰ ਕਿਹਾ, ਤੁਸੀਂ ਲੇਵੀ ਦੀਆਂ ਕੁੱਲਾਂ ਦੇ ਆਗੂ ਹੋ, ਤੁਸੀਂ ਆਪਣੇ ਆਪ ਨੂੰ ਆਪਣੇ ਸਾਥੀ ਲੇਵੀਆਂ ਨਾਲ ਪਵਿੱਤਰ ਕਰੋ। ਫਿਰ ਤੁਸੀਂ ਇਜ਼ਰਾਈਲ ਦੇ ਪ੍ਰਭੂ ਪਰਮੇਸ਼ਰ ਦੇ ਨੇਮ ਦੇ ਸੰਦੂਕ ਨੂੰ ਉਸ ਥਾਂ ਉੱਤੇ ਲਿਆਵੋਗੇ ਜੋ ਮੈਂ ਤਿਆਰ ਕੀਤੀ ਹੈ। ਪਹਿਲੀ ਵਾਰ ਤੁਸੀਂ ਪਵਿੱਤਰ ਸੰਦੂਕ ਨੂੰ ਚੁੱਕਣ ਲਈ ਉੱਥੇ ਨਹੀਂ ਸਾਓ ਤੇ ਇਸ ਕਾਰਨ ਪ੍ਰਭੂ ਸਾਡੇ ਪਰਮੇਸ਼ਰ ਦਾ ਕਰੋਧ ਸਾਡੇ ਉੱਤੇ ਭੜਕ ਪਿਆ ਸੀ, ਕਿਉਂਕਿ ਅਸੀਂ ਉਸ ਦੀ ਆਰਾਧਨਾ ਉਸ ਤਰ੍ਹਾਂ ਨਹੀਂ ਕੀਤੀ ਸੀ ਜਿਸ ਤਰ੍ਹਾਂ ਕਰਨੀ ਚਾਹੀਦੀ ਹੈ। ਸੋ ਹੁਣ ਅਸੀਂ ਕੀ ਦੇਖਦੇ ਪਏ ਹਾਂ ਕਿ ਜਿਹੜੀ ਪਹਿਲੀ ਗਲਤੀ ਦਾਊਦ ਨੇ ਕੀਤੀ, ਉਹ ਉਸਨੇ ਉਸ ਵੇਲੇ ਇਸ ਚੀਜ਼ ਨੂੰ ਨਹੀਂ ਦੇਖਿਆ ਕਿ ਇਹ ਸੇਵਾ ਪ੍ਰਭੂ ਨੇ ਸਿਰਫ ਲੇਵੀ ਕਬੀਲੇ ਨੂੰ ਦਿੱਤੀ। ਲੇਵੀ ਕਬੀਲੇ ਦੇ ਹੱਥੋਂ ਇਹ ਸੇਵਾ ਕਿਸ ਵੇਲੇ ਗਈ ਸੀ? ਸੈਮੂਅਲ ਦੇ ਟਾਈਮ। ਏਲੀ ਉਸ ਵੇਲੇ ਲਾਸਟ ਬੰਦਾ ਸੀ ਜਿਹੜਾ ਲੇਵੀ ਕਬੀਲੇ ਦੇ ਵਿੱਚੋਂ ਹੋਇਆ। ਫਿਰ ਪ੍ਰਭੂ ਦੀ ਜਿਹੜੀ ਸੇਵਾ ਸੀ ਉਹ ਵੱਖ-ਵੱਖ ਕਬੀਲਿਆਂ ਦੇ ਲੋਕਾਂ ਨੇ ਕੀਤੀ। ਲੇਕਿਨ ਦਾਊਦ ਨੂੰ ਪ੍ਰਭੂ ਨੇ ਦਿਖਾਇਆ ਉੱਥੇ ਕਿ ਨਹੀਂ, ਜਿਹੜੀ ਵਿਵਸਥਾ ਆ ਉਸ ਨੂੰ ਮੁੜ ਕੇ ਫੇਰ ਲਾਗੂ ਕੀਤਾ ਜਾਏਗਾ। ਲੇਵੀ ਕਬੀਲੇ, ਇਸ ਦੀ ਸੇਵਾ ਸਿਰਫ ਤੇ ਸਿਰਫ ਲੇਵੀ ਕਬੀਲੇ ਦੇ ਲੋਕ ਕਰ ਸਕਦੇ। ਔਰ ਦਾਊਦ ਨੇ ਉੱਥੋਂ ਇਹ ਸਬਕ ਸਿੱਖਿਆ। ਸੋ ਉਸਨੇ ਇੱਕ ਵਾਰ ਫਿਰ ਅਗਰ ਅਸੀਂ ਜਿਸ ਲਈ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਹਾਂ ਤਾਂ ਉਸਨੇ ਕਹਾਤ ਦੇ ਕਬੀਲੇ ਚੋਂ, ਮਰਾਰੀ ਦੇ ਕਬੀਲੇ ਦੇ ਵਿੱਚੋਂ, ਗਰਸ਼ੋਮ ਦੇ ਕਬੀਲੇ ਦੇ ਵਿੱਚੋਂ ਦੁਬਾਰਾ ਲੋਕਾਂ ਨੂੰ ਚੁਣਿਆ ਔਰ ਪ੍ਰਭੂ ਦੀ ਸੇਵਾ ਉਹਨਾਂ ਨੂੰ ਦੁਆਰਾ ਦਿੱਤੀ। ਔਰ ਅਸੀਂ ਦੇਖਦੇ ਪਏ ਹਾਂ ਕਿ ਉਹਨਾਂ ਦੇ ਗਰੁੱਪਾਂ ਦੇ ਵਿੱਚੋਂ ਇਹ ਲੋਕ ਅੱਗੇ ਆਏ ਔਰ ਇਹਨਾਂ ਨੂੰ ਪ੍ਰਭੂ ਨੇ, ਦਾਊਦ ਨੇ ਸਿਰਫ ਤੇ ਸਿਰਫ ਦੁਆਰਾ, ਇੱਕ ਵਾਰ ਦੁਆਰਾ, ਕਿਉਂਕਿ ਅਸੀਂ ਪਿੱਛੇ ਪੜ੍ਹ ਕੇ ਹਟੇ ਹਾਂ ਕਿ ਜਿਸ ਲਈ ਅਸੀਂ ਲੜਾਕਿਆਂ ਦੇ ਬਾਰੇ ਪੜ੍ਹਦੇ ਪਏ ਸੀਗੇ ਤਾਂ ਅਸੀਂ ਲੇਵੀ ਕਬੀਲੇ ਦੇ ਵੀ ਲੜਾਕੇ ਦੇਖੇ। ਠੀਕ, ਲੇਵੀ ਕਬੀਲੇ ਦੇ ਲੋਕ ਲੜਨ ਦੇ ਲਈ ਨਹੀਂ ਸੀਗੇ। ਲੇਵੀ ਕਬੀਲੇ ਦੇ ਲੋਕਾਂ ਦੀ ਜ਼ਿੰਮੇਵਾਰੀ ਸੀਗੀ ਕਿ ਉਹ ਪ੍ਰਭੂ ਦਿਆਂ ਲੋਕਾਂ ਨੂੰ ਜਿੱਥੇ ਜਿੱਥੇ ਹੈਗੇ ਆ ਉਹ ਉੱਥੇ ਤੱਕ ਪ੍ਰਭੂ ਦਾ ਵਚਨ ਲੈ ਕੇ ਜਾਣ। ਔਰ ਸਾਊਲ ਨੇ ਲੇਵੀ ਦੇ ਕਬੀਲੇ ਨੂੰ ਮੁੜ ਕੇ ਉਹ ਕੰਮ ਨਹੀਂ ਸੀ ਕੀਤਾ ਜੋ ਉਹਨੂੰ ਕਰਨਾ ਚਾਹੀਦਾ ਸੀ। ਸਾਊਲ ਨੇ ਪਰਵਾਹ ਹੀ ਨਹੀਂ ਕੀਤੀ। ਪਰ ਦਾਊਦ ਨੇ ਹੁੱਜ਼ਾ ਦੀ, ਖਾਸ ਕਰਕੇ ਹੁੱਜ਼ਾ ਦੀ ਮੌਤ ਤੋਂ ਬਾਅਦ ਦਾਊਦ ਨੇ ਉਹ ਚੀਜ਼ ਮੁੜ ਕੇ, ਉਹ ਵਿਵਸਥਾ ਮੁੜ ਕੇ ਲਾਗੂ ਕੀਤੀ ਕਿ ਨਹੀਂ, ਪ੍ਰਭੂ ਨੇ ਜਿਸ ਤਰ੍ਹਾਂ ਹੁਕਮ ਦਿੱਤੇ ਆ, ਪ੍ਰਭੂ ਦਾ ਹੁਕਮ ਉਸੇ ਤਰ੍ਹਾਂ ਮੰਨੇ ਜਾਣ। ਇਹ ਸਿਰਫ ਤੇ ਸਿਰਫ ਲੇਵੀ ਕਬੀਲੇ ਨੂੰ ਦਿੱਤੇ ਜਾਣਗੇ। ਲੇਵੀ ਕਬੀਲੇ ਨੂੰ ਉਹਨਾਂ ਦੇ ਹਿੱਸੇ ਦੀ ਜ਼ਮੀਨ ਨਹੀਂ ਦਿੱਤੀ ਗਈ,
ਉਹਨਾਂ ਨੂੰ ਪ੍ਰਭੂ ਦੀ ਸੇਵਾ ਦਿੱਤੀ ਗਈ ਹੈ ਔਰ ਪ੍ਰਭੂ ਔਰ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਸਾਡੀ ਆਤਮਾ ਦਾ ਧਿਆਨ ਰੱਖਣ, ਸਾਡੇ ਆਤਮਿਕ ਭੋਜਨ ਦਾ ਧਿਆਨ ਰੱਖਣ, ਔਰ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਹਨਾਂ ਦੇ ਸਰੀਰਕ ਜ਼ਰੂਰਤਾਂ ਦਾ ਧਿਆਨ ਰੱਖੀਏ, ਸਰੀਰਕ ਭੋਜਨ ਦਾ ਧਿਆਨ ਰੱਖੀਏ। ਸੋ ਦਾਊਦ ਨੇ ਮੁੜ ਕੇ ਇੱਕ ਵਾਰ ਫਿਰ ਉਹ ਸਾਰਾ ਕੁਝ ਲਾਗੂ ਕੀਤਾ। ਸੋ ਆਓ ਅਸੀਂ 14 ਆਇਤ ਤੋਂ ਲੈ ਕੇ 14 ਆਇਤ ਤੋਂ ਲੈ ਕੇ ਅਸੀਂ 24 ਆਇਤ ਤੱਕ ਦੇਖਦੇ ਹਾਂ, ਫਿਰ ਉਸ ਤੋਂ ਅਗਲਾ ਹਿੱਸਾ। ਤਦ ਪੁਰੋਹਿਤਾਂ ਤੇ ਲੇਵੀਆਂ ਨੇ ਆਪਣੇ ਆਪ ਨੂੰ ਸ਼ੁੱਧ ਕੀਤਾ ਕਿ ਉਹ ਇਜ਼ਰਾਈਲ ਦੇ ਪ੍ਰਭੂ ਪਰਮੇਸ਼ਰ ਦੇ ਨੇਮ ਨੂੰ ਚੁੱਕ ਕੇ ਲਿਆਉਣ। ਲੇਵੀ ਲੋਕ ਮੂਸਾ ਦੁਆਰਾ ਪ੍ਰਭੂ ਦਾ ਬਚਨ ਮਿਲੇ ਅਨੁਸਾਰ ਪਵਿੱਤਰ ਸੰਦੂਕ ਨੂੰ ਚੋਬਾਂ ਉੱਤੇ ਚੁੱਕ ਕੇ ਚੱਲੇ। ਫਿਰ ਦਾਊਦ ਨੇ ਲੇਵੀਆਂ ਦੇ ਆਗੂਆਂ ਨੂੰ ਕਿਹਾ ਕਿ ਉਹ ਆਪਣੇ ਭਰਾਵਾਂ ਵਿੱਚੋਂ ਰਾਗੀ ਤੇ ਸਾਜੀ ਚੁਣਨ, ਜੋ ਆਨੰਦ ਭਰੀਆਂ ਸੁਰਾਂ ਨਾਲ ਗਾਉਣ ਅਤੇ ਤੰਬੂਰੇ, ਸਤਾਰਾਂ, ਢੋਲਕ ਆਦਿ ਵਜਾਉਣ। ਸੋ ਉਹਨਾਂ ਨੇ ਪਹਿਲੇ ਦਰਜੇ ਦੇ ਇਹ ਰਾਗੀ ਜੋ ਕਹੇ ਦੇ ਛੈਣਿਆਂ ਨਾਲ ਗਾਉਂਦੇ ਸਨ। ਯੂਏਲ ਦਾ ਪੁੱਤਰ ਹਿਮਾਨ, ਉਸਦਾ ਭਰਾ ਬਰਕਿਆ ਦਾ ਪੁੱਤਰ ਅਸਾਫ ਅਤੇ ਮਰਾਰੀ ਕੁਲ ਦਾ ਕੁਸ਼ਾਯਾ ਦਾ ਪੁੱਤਰ ਜੇਠਾਨ। ਇਹਨਾਂ ਦੀ ਮਦਦ ਲਈ ਦੂਜੇ ਦਰਜੇ ਦੇ ਇਹ ਰਾਗੀ ਸਨ ਜੋ ਸਤਾਰਾਂ ਨਾਲ ਗਾਉਂਦੇ ਸਨ। ਜ਼ਕਰਿਆ, ਅਜੀਏਲ, ਸ਼ਮੀਰ ਮੋਤ, ਜਹੀਏਲ, ਉन्नी, ਅਲੀਵਾਬ, ਬਨਿਆ, ਮੋਸੇਯਾ ਤੇ ਬਨਾਪਾ। ਇਹਨਾਂ ਦੇ ਪਿੱਛੋਂ ਬਰਬਤ ਵਜਾ ਕੇ ਗਾਉਣ ਵਾਲੇ ਇਹ ਸਨ ਮਿਥਿਤਯਾ, ਅਲਫਲੇਹੂ, ਮਕਨੇਯਾ, ਅਜਯਾ। ਮੰਦਰ ਦੇ ਪਹਿਰੇਦਾਰ ਇਹ ਸਨ ਉਬੇਦ, ਅਦੋਮ ਤੇ ਜਈਏਲ। ਕਨਿਆ ਇਹ ਨਿਪੁੰਨ ਸੰਗੀਤਕਾਰ ਸੀ, ਇਸ ਲਈ ਉਹ ਲੇਵੀ ਸੰਗੀਤਕਾਰਾਂ ਦਾ ਆਗੂ ਚੁਣਿਆ ਗਿਆ ਸੀ। ਬਰਕਯਾ ਤੇ ਅਲਕਨਾ, ਉਬੇਦ, ਅਦੋਮ ਤੇ ਜਰਜਿਆ ਦੇ ਨਾਲ ਨੇਮ ਦੇ ਸੰਦੂਕ ਦੇ ਪਹਿਰੇ ਲਈ ਚੁਣੇ ਗਏ ਸਨ। ਇਹ ਪ੍ਰੋਤ ਨੇਮ ਦੇ ਸੰਦੂਕ ਅੱਗੇ ਬਿਗਲ, ਤੁਰੀਆਂ ਵਜਾਉਣ ਲਈ ਚੁਣੇ ਗਏ ਸਨ। ਸ਼ਬਨਿਆ, ਜੋਸ਼ਾਫਾਟ, ਨਥਾਨੀਅਲ, ਅਮਸਈ, ਜਕਲਜਾ, ਬਨਿਆ ਤੇ ਅਲੀਅਜ਼ਰ। ਸੋ ਜਿਸ ਤਰ੍ਹਾਂ ਇੱਕ ਸਮੇਂ ਪਹਿਲਾਂ ਸੀਗਾ ਤੇ ਨੇਮ ਦਾ ਸੰਦੂਕ ਜਿਸ ਲਈ ਉਹ ਲੈ ਕੇ ਚੱਲਦੇ ਸੀਗੇ, ਇਵਨ ਉਜਾੜ ਦੇ ਵਿੱਚ ਵੀ ਚੱਲਦੇ ਸੀ ਤਾਂ ਤੁਰੀਆਂ ਫੂਕੀਆਂ ਜਾਂਦੀਆਂ ਸੀ ਔਰ ਰਾਗੀ ਰਾਗ ਗਾਉਂਦੇ ਸੀਗੇ। ਲੇਵੀ ਕਬੀਲੇ ਦੇ ਲੋਕ ਜਿੱਦਾਂ ਮੂਸਾ ਨੇ ਕਿਹਾ ਸੀਗਾ ਉਹ ਸਾਰੀਆਂ ਚੀਜ਼ਾਂ ਹੋ ਰਹੀਆਂ ਸੀ ਉਜਾੜ ਦੇ ਵਿੱਚ। ਉਹ ਚੀਜ਼ਾਂ ਮੁੜ ਕੇ ਸਥਾਪਿਤ ਕਰ ਦਿੱਤੀਆਂ ਗਈਆਂ। ਉਹ ਚੀਜ਼ਾਂ ਮੁੜ ਕੇ ਸਥਾਪਿਤ ਕਰ ਦਿੱਤੀਆਂ ਗਈਆਂ। ਅਸੀਂ ਇਹ ਕਹਿ ਸਕਦੇ ਹਾਂ ਕਿ ਸਾਊਲ ਨੇ ਆਪਣੇ ਰਾਜ ਦੇ ਵਿੱਚ ਨੇਮ ਦੇ ਸੰਦੂਕ ਨੂੰ ਮੁੜ ਕੇ ਉਜਾੜ ਦੇ ਵਿੱਚ ਪਹੁੰਚਾ ਦਿੱਤਾ, ਲੇਕਿਨ ਦਾਊਦ ਉਸ ਨੂੰ ਇੱਕ ਤਰ੍ਹਾਂ ਦਾ ਬੇਸਿਕਲੀ ਉਜਾੜ ਦੇ ਵਿੱਚੋਂ ਹੁਣ ਦੁਬਾਰਾ ਕੱਢ ਕੇ ਲੈ ਕੇ ਆ ਰਿਹਾ ਔਰ ਮੁੜ ਕੇ ਸਾਰੀਆਂ ਚੀਜ਼ਾਂ ਦੀ ਸੰਸਥਾਪਨਾ ਕੀਤੀ ਜਾ ਰਹੀ ਹੈ। ਔਰ ਦਾਊਦ ਉਹਨਾਂ ਨੂੰ ਜਿਹੜਾ ਪ੍ਰੋਤਾਂ ਦਾ ਕੰਮ ਉਹਨੇ ਪ੍ਰੋਤਾਂ ਨੂੰ ਦਿੱਤਾ ਔਰ ਪ੍ਰੋਤਾਂ ਦੇ ਵਿੱਚੋਂ ਹੀ ਸਾਰੇ ਲੋਕ ਚੁਣੇ ਜਿਨ੍ਹਾਂ ਨੇ ਹੁਣ ਪ੍ਰਭੂ ਦੇ ਸੇਵਾ ਕਰਨੀ ਹੈ। ਸੋ ਆਓ ਆਪਾਂ 25 ਆਇਤ ਤੋਂ ਲੈ ਕੇ ਅਸੀਂ 16ਵੇਂ ਭਾਵ ਦੀ ਤੀਜੀ ਆਇਤ ਤੱਕ ਦੇਖਾਂਗੇ, ਜਾਣੀ ਕਿ ਜੋ ਕੁਛ ਇਸ ਪੇਜ ਤੇ ਹੈਗਾ ਉਸ ਨੂੰ ਪੜ੍ਹ ਕੇ। ਨੇਮ ਦੇ ਸੰਦੂਕ ਦਾ ਯਰੂਸ਼ਲਮ ਵਿੱਚ ਲੈ ਜਾਇਆ ਜਾਣਾ। ਤਦ ਦਾਊਦ ਇਜ਼ਰਾਈਲ ਦੇ ਬਜ਼ੁਰਗਾਂ ਅਤੇ ਸੈਨਾ ਦੇ ਅਧਿਕਾਰੀ ਉਬੇਦ ਅਦੋਮ ਦੇ ਘਰ ਗਏ ਕਿ ਉਹ ਖੁਸ਼ੀ ਨਾਲ ਨੇਮ ਦੇ ਸੰਦੂਕ ਨੂੰ ਉੱਥੋਂ ਚੁੱਕ ਕੇ ਲਿਆਉਣ। ਉਹਨਾਂ ਨੇ 7 ਬਲਦ ਅਤੇ 7 ਬੱਕਰੇ ਬਲੀ ਚੜਾਏ ਕਿਉਂਕਿ ਪਰਮੇਸ਼ਰ ਨੇ ਲੇਵੀਆਂ ਦੀ ਪਵਿੱਤਰ ਸੰਦੂਕ ਚੁੱਕਣ ਵਿੱਚ ਮਦਦ ਕੀਤੀ ਸੀ ਅਤੇ ਸਹੀ ਸਲਾਮਤ ਸਨ। ਦਾਊਦ ਸੰਗੀਤਕਾਰਾਂ ਦੇ ਆਗੂ ਕਨਿਆ ਤੇ ਬਾਕੀ ਦੇ ਲੇਵੀਆਂ ਨੇ ਮਹੀਨ ਮਲਮਲ ਦੇ ਚੋਗੇ ਪਹਿਨੇ ਹੋਏ ਸਨ ਅਤੇ ਦਾਊਦ ਨੇ ਮਹੀਨ ਕੱਪੜੇ ਦਾ ਇਫੋਦ ਵੀ ਪਹਿਨਿਆ ਹੋਇਆ ਸੀ। ਸੋ ਸਭ ਇਜ਼ਰਾਈਲ ਖੁਸ਼ੀਆਂ ਦੇ ਗੀਤ ਗਾਉਂਦੇ, ਤੁਰੀਆਂ, ਸਤਾਰਾਂ, ਬੀਨਾ, ਛੈਣੇ ਤੇ ਬਰਬਤ ਵਜਾਉਂਦੇ ਹੋਏ ਨੇਮ ਦੇ ਸੰਦੂਕ ਨਾਲ ਯਰੂਸ਼ਲਮ ਤੱਕ ਆਏ ਸਨ। ਜਦੋਂ ਪਵਿੱਤਰ ਸੰਦੂਕ ਯਰੂਸ਼ਲਮ ਵਿੱਚ ਲਿਆਂਦਾ ਜਾ ਰਿਹਾ ਸੀ ਤਾਂ ਸਾਊਲ ਦੀ ਪੁੱਤਰੀ ਮੀਕਲ ਨੇ ਖਿੜਕੀ ਵਿੱਚੋਂ ਦੀ ਦੇਖਿਆ ਕਿ ਦਾਊਦ ਨੱਚਦਾ ਗਾਉਂਦਾ ਆ ਰਿਹਾ ਹੈ ਤਾਂ ਉਸਨੇ ਦਾਊਦ ਨੂੰ ਤੁੱਛ ਜਾਣਿਆ ਤਾਂ ਸੰਦੂਕ ਲਿਆ ਕੇ ਉਸ ਥਾਂ ਤੇ ਰੱਖ ਦਿੱਤਾ ਜੋ ਰਾਜਾ ਦਾਊਦ ਨੇ ਇਸੇ ਲਈ ਤਿਆਰ ਕੀਤਾ ਸੀ। ਫਿਰ ਉਹਨਾਂ ਨੇ ਹੋਮ ਤੇ ਮੇਲ ਬਲੀਆਂ ਪਰਮੇਸ਼ਰ ਅੱਗੇ ਚੜਾਈਆਂ। ਦਾਊਦ ਨੇ ਬਲੀਆਂ ਚੜਾ ਚੁੱਕਣ ਦੇ ਪਿੱਛੋਂ ਲੋਕਾਂ ਨੂੰ ਪ੍ਰਭੂ ਦੇ ਨਾਂ ਉੱਤੇ ਅਸੀਸ ਦਿੱਤੀ।
ਅਤੇ ਉਸਨੇ ਸਭ ਇਜ਼ਰਾਈਲੀਆਂ ਨੂੰ ਇੱਕ ਇੱਕ ਰੋਟੀ, ਇੱਕ ਇੱਕ ਟੁਕੜਾ ਮਾਸ ਦਾ ਅਤੇ ਇੱਕ ਇੱਕ ਦਾਖਸਾਰ ਦੀ ਬਣੀ ਹੋਈ ਪਿੰਨੀ ਦਿੱਤੀ। ਹੁਣ ਅਸੀਂ ਇਹ ਦੇਖਦੇ ਪਏ ਕਿ ਦਾਊਦ ਆਪਣੀ ਪੂਰੀ ਖੁਸ਼ੀ ਦੇ ਨਾਲ ਪ੍ਰਭੂ ਦੇ ਸੰਦੂਕ ਨੂੰ ਲੈ ਕੇ ਆ ਰਿਹਾ, ਆਰਕ ਆਫ ਕਵਨੈਂਟ ਨੂੰ ਲੈ ਕੇ ਆ ਰਿਹਾ। ਔਰ ਉਧਰ ਮੀਕਲ ਜਿਹੜੀ ਆ ਉਹ ਤੇ ਮਹਿਲ ਦੇ ਵਿੱਚ ਖੜੀ ਦੇਖਦੀ ਪਈ ਉਸਨੂੰ। ਔਰ ਜਿਸਲੇ ਉਸਨੇ ਮੀਕਲ ਨੇ ਉਸਨੂੰ ਦੇਖਿਆ ਤਾਂ ਉਸਨੇ ਤੁੱਛ ਜਾਣਿਆ ਕਿ ਇਹ ਰਾਜਾ ਹੋ ਕੇ ਨੱਚਦਾ ਪਿਆ। ਕਹਿਣ ਦਾ ਕਿ ਮਤਲਬ ਜੇ ਮੇਰਾ ਬਾਪ ਹੁੰਦਾ ਤਾਂ, ਜੇ ਮੇਰਾ ਭਰਾ ਰਾਜਾ ਹੁੰਦਾ ਤਾਂ ਇਹ ਚੀਜ਼ ਕਦੀ ਨਹੀਂ ਸੀ ਹੋਣੀ। ਵੀ ਉਹਨਾਂ ਨੇ ਕੀਤਾ ਹੀ ਕੱਖ ਨਹੀਂ ਸੀਗਾ। ਇਹ ਹੈ ਮੇਨ ਚੀਜ਼ ਕਿ ਇਹ ਨਚਾਰ ਤੇ ਰਾਜਾ ਹੈ। ਇਹਨੂੰ ਪਤਾ ਨਹੀਂ ਰਾਜੇ ਕਿੱਦਾਂ ਬਿਹੇਵ ਕਰਦੇ। ਸੋ ਪਰ ਦਾਊਦ ਨੂੰ ਕੁਛ ਨਹੀਂ ਪਤਾ। ਦਾਊਦ ਜਿੱਦਾਂ ਆਪਣੀ ਪ੍ਰਭੂ ਦੀ ਮਸਤੀ ਦੇ ਵਿੱਚ ਆ। ਔਰ ਇੱਥੇ ਜਿਹੜੀ ਮੇਨ ਚੀਜ਼ ਆ, ਇੱਥੇ ਦੇਖਣ ਵਾਲੀ ਚੀਜ਼ ਹੈ ਕਿ ਦਾਊਦ ਨੇ ਲੋਕਾਂ ਨੂੰ ਅਸੀਸ ਦਿੱਤੀ ਕਿ ਇੱਥੋਂ ਸਾਨੂੰ ਇਹ ਪਤਾ ਲੱਗਦਾ ਪਿਆ ਕਿ ਪ੍ਰਭੂ ਦਾ ਆਤਮਾ ਦਾਊਦ ਦੇ ਉੱਤੇ। ਔਰ ਇੱਥੇ ਸਾਨੂੰ ਇਹ ਪਤਾ ਲੱਗਦਾ ਪਿਆ ਕਿ ਦਾਊਦ ਰਾਜਾ ਵੀ ਹੈ ਔਰ ਨਬੀ ਵੀ। ਉਹਦੇ ਕੋਲ ਦੋਨੋਂ ਅਹੁਦੇ। ਸੋ ਆਪਣੇ ਅਹੁਦੇ ਨੂੰ ਅੱਗੇ ਰੱਖ ਕੇ ਦਾਊਦ ਨੇ ਲੋਕਾਂ ਨੂੰ ਅਸੀਸ ਦਿੱਤੀ ਤੇ ਪਿੰਨੀਆਂ ਖਾਧੀਆਂ ਜਾ ਰਹੀਆਂ, ਰੋਟੀਆਂ ਖਾਧੀਆਂ ਜਾ ਰਹੀਆਂ ਔਰ ਆਨੰਦ ਮਨਾਇਆ। ਬਾਕੀ ਆਪਾਂ ਇਸ ਹਿੱਸੇ ਨੂੰ ਕੱਲ ਨੂੰ ਦੁਬਾਰਾ ਦੇਖਾਂਗੇ। ਇਹ ਜਿਹੜਾ ਹੁਣ ਅਸੀਂ ਪੜ੍ਹ ਕੇ ਹਟੇ ਔਰ ਇਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਕੱਲ ਨੂੰ ਦੇਖਾਂਗੇ। ਆਓ ਪਿਆਰੇ ਪ੍ਰਭੂ, ਅਸੀਂ ਤੇਰਾ ਬਹੁਤ ਸ਼ੁਕਰ ਕਰਦੇ ਹਾਂ। ਤੂੰ ਸਾਡੇ ਤੇ ਰਹਿਮ ਕੀਤਾ, ਤੂੰ ਸਾਡੇ ਤੇ ਦਇਆ ਕੀਤੀ। ਅਸੀਂ ਤੇਰੇ ਵਚਨ ਦੇ ਵਿੱਚੋਂ ਸਾਰੇ ਭੈਣ ਭਰਾਵਾਂ ਨੇ ਰਲ ਕੇ ਪੜ੍ਹਿਆ ਔਰ ਦੇਖਿਆ ਤੇਰੀ ਹਜ਼ੂਰੀ ਨੂੰ ਕਿ ਤੇਰੀ ਹਜ਼ੂਰੀ ਕਿਸ ਤਰ੍ਹਾਂ ਇਜ਼ਰਾਈਲ ਦੇ ਨਾਲ। ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿ ਇਹੋ ਹੀ ਹਜ਼ੂਰੀ ਸਾਡੇ ਨਾਲ ਆ ਜੋ ਖੁਦਾਵੰਦ ਸਾਡੇ ਤੇ ਰਹਿਮ ਕਰਦੇ, ਸਾਡੇ ਤਨ, ਮਨ ਔਰ ਆਤਮਾ ਨੂੰ ਪ੍ਰਭੂ ਜੀ ਇਹ ਬਰਕਤ ਦਿੰਦੀ ਹੈ। ਤਨ ਨੂੰ ਤੰਦਰੁਸਤੀ, ਮਨ ਨੂੰ ਤੇਰਾ ਤੇਰੀ ਨਜ਼ਦੀਕੀ ਔਰ ਆਤਮਾ ਦੇ ਨਾਲ ਖੁਦਾਵੰਦ ਸਾਨੂੰ ਭਰਪੂਰੀ ਦਿੰਦਾ। ਪਿਆਰੇ ਪ੍ਰਭੂ, ਜਦ ਤੱਕ ਅਸੀਂ ਦੁਆਰਾ ਮਿਲੀਏ ਤੇਰੀ ਹਜ਼ੂਰੀ ਸਾਡੇ ਸਭ ਦੇ ਨਾਲ ਬਣੀ ਰਹੇ। ਬੁਰੇ ਔਰ ਬੁਰਾਈ ਤੋਂ ਸਾਨੂੰ ਬਚਾ ਕੇ ਰੱਖੀ, ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖੀ। ਪ੍ਰਭੂ ਯਿਸੂ ਮਸੀਹ ਦੇ ਮਿੱਠੇ ਹੋਏ ਪਿਆਰੇ ਨਾਮ ਵਿੱਚ ਮੰਗਦੇ ਹਾਂ। ਸਾਰੇ ਭੈਣ ਭਰਾ ਕੱਲ ਨੂੰ ਮਿਲਾਂਗੇ। ਪ੍ਰਭੂ ਤੁਹਾਨੂੰ ਬਰਕਤ ਦੇ। ਔਰ ਕੱਲ ਨੂੰ ਆਪਾਂ ਇਸ ਹਿੱਸੇ ਨੂੰ, ਛੋਟੇ ਜਿਹੇ ਹਿੱਸੇ ਨੂੰ ਦੁਆਰਾ ਪੜ੍ਹ ਕੇ ਤੇ ਫਿਰ ਇਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਕੱਲ ਨੂੰ ਦੇਖਾਂਗੇ। ਬਲੈਸ ਯੂ।